सतनाम वाहिगुरु साहिब जियो। बिलावल महला पंजवा। साध संगत कै बास बै कलमल सब नसना। प्रभ सेती रंग रातेया तांते गर्भ ना ग्रसना। साध संगत कै बास बै कलमल सब नसना। प्रभ सेती रंग रातेया तांते गर्भ न ग्रसना। नाम कहत गोविंद का सूची भई रसना। मन तन निर्मल हुई है गुरु का जप जपना रहा। हर रस चाखत त्रापया मन रस लय हसना। बुद्ध प्रगास प्रगट भई उल्ट कमल बिगसना। शीतल शांत संतोख होए सब बुझी तृष्णा। दह दिस तावत मिट गए निर्मल थान बसना। राखन हारै राखिया भय भ्रम बसना। नाम निधान नानक सुखी पेख साध दर्शना। राखन हारै राखिया भय भ्रम बसना। नाम निधान नानक सुखी पेख साध दर्शना। वाहिगुरु जी का खालसा वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी दी अपर अपार बख्शिश। शाम समय सत्संगत दीयां कड़ियां असी प्राप्त कीतियां ने। लड़ीवार गुरबाणी व्याख्यान जो इस समय सानू रोज करने का मौका बनता है। इस विच अगलेरा शब्द आपने सरवण किया है। बिलावल राग दे गुरु अर्जन पातशाह द्वारा उच्चारण किए गए चौपदे ये विचारे जाते ने। जो बचन आप सरवण कर रहे सी इसका रहाव का बंद बन रहा है। नाम कहत गोविंद का सूची भई रसना। मन तन निर्मल होई है गुर का जप जपना रहाओ। गुरु का जप जपना गुरु नू जपना। गुरु दे संदेश नू जपना सिक्ख्या नू जपना उहदा जाप करना। ये मुख सुनेहा है। पर जो गुरु साहब ने ये मैटाफोर सिरजे ने वो है कि नाम कहत गोविंद का सूची भई रसना। सूची भई रसना गुरु पातशाह ने मतलब इस तरीके नाल चीज़ां समझाइयां ने कि थोड़ा जिहा भी बंदा ध्यान दे तो मैं नहीं समझता कि वो कपाट ना खुल जाना। ये रूप बाणी च है। हुण आप जो सी साडा माउथ आ मूँह आ इसनूं हथ लग जाए तो हथ झूठा हो जाता है। असी ही मनने ना ये चीज़ असी परहेज करते हैं। मैं आप जी दे हजूर सामने पोथी साहिब तो व्याख्या कर रहे हाँ। तो बकायदा तौर पर गल दे विच कपड़ा पाया जिन्होंने हजूरिया कहने असी। इफ आई हैव एनी सॉर्ट ऑफ सपोज कोई
ਈਚਿੰਗ ਆ, ਕੁਛ ਹੋ ਰਿਹਾ ਜਾਂ ਮੈਂ ਖਾਂਸੀ ਆ ਜਾਏ, ਸੋ आई हैव टू यूज़ इट। बाकी ये कि मैं डायरैक्टली अपने चेहरे ते अपने मूँह ते हत्थ ना लावां, इस रूप में गल होंदी। या जे आप विचों कुछ सज्जना ने कभी संथ्या लई होए फॉर्मल वे दे नाल, बिल्कुल जो प्रॉपरली संथ्या लई जाती है, ਉਹਦੇ 'ਚ ਸਭ ਤੋਂ ਪਹਿਲਾ ਕਾਰਜ ਜਿਹੜਾ ਹੁੰਦਾ ਉਹ ਹੁੰਦਾ ਕਿ ਪੋਥੀ ਸਾਹਿਬ ਨੂੰ, ਕਿਉਂਕਿ ਅਲਟੀਮੇਟਲੀ ਬਾਅਦ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨਾ, ਗੁਰੂ ਹੈ ਸਾਡਾ, ਸਾਨੂੰ ਸਾਰਿਆਂ ਨੂੰ ਅਲਾਓ ਹੈ, ਸਾਡਾ ਸਾਰਿਆਂ ਦਾ ਰਾਈਟ ਹੈ, ਸਾਡੀ ਸਾਰਿਆਂ ਦੀ ਡਿਊਟੀ ਹੈ ਮਹਾਰਾਜ ਦੀ ਸਰੂਪ ਤੋਂ ਪਾਠ ਕਰਨਾ। ਗੁਰੂ ਨਾਲ ਰਿਸ਼ਤਾ ਤਾਂ ਹੀ ਬਣੇਗਾ ਨਾ। ਅਤੇ ਸਭ ਤੋਂ ਪਹਿਲਾ ਕੰਮ ਇਹ ਸਿਖਾਇਆ ਅਤੇ ਦਰਸਾਇਆ ਜਾਂਦਾ ਸੰਥਿਆ ਦੇ ਵਿੱਚ ਕਿ ਪੋਥੀ ਸਾਹਿਬ ਨੂੰ, ਇਸ ਨੂੰ, ਇਹਦਾ ਪ੍ਰਕਾਸ਼ ਕਿਵੇਂ ਕਰਨਾ, ਇਸ ਨੂੰ ਸੰਤੋਖਣਾ ਕਿਵੇਂ ਹੈ। ਫਿਰ ਪ੍ਰਕਾਸ਼ਨ ਅਤੇ ਸੰਤੋਖਣ ਦੇ ਨਾਲ ਜਿਹੜਾ ਨੈਕਸਟ ਸਟੈਪ ਹੋਏਗਾ ਉਹ ਹੋਏਗਾ ਕਿ ਇਹਦੇ ਜਦੋਂ ਅਸੀਂ ਪੰਨੇ ਪਲਟਨੇ ਨੇ, ਪੇਜ ਜਦੋਂ ਅੱਗੇ ਪਿੱਛੇ ਕਰਨੇ ਨੇ, ਉਹ ਕਿਵੇਂ ਕਰਨੇ ਨੇ। ਟ੍ਰੈਡੀਸ਼ਨਲ ਵੇ ਦੇ ਨਾਲ ਕੀ ਹੁੰਦਾ ਕਿ ਟ੍ਰੈਡੀਸ਼ਨਲ ਵੇ ਦੇ ਨਾਲ ਅਸੀਂ ਕੋਈ ਬੁੱਕ ਪੜ੍ਹ ਰਹੇ ਹਾਂ ਅਤੇ ਸੰਭਾਵ ਜੇ ਕਿਤੇ ਪੇਜ ਸਟੱਕ ਹੋ ਗਿਆ ਤਾਂ ਕੀ ਕਰਦੇ ਹਾਂ ਅਸੀਂ, ਮਤਲਬ ਇੰਨੇ ਯੂਜ਼ ਟੂ ਹੁੰਦੇ ਆ ਵੀ ਰਾਈਟ ਵਿੱਚ ਜੀਭ 'ਤੇ ਲਗਾਈ ਉਂਗਲ ਅਤੇ ਪੇਜ ਚੱਕ ਲਿਆ। ਅਤੇ ਇਸ ਤਰੀਕੇ ਨਾਲ ਜਿਵੇਂ ਨੋਰਮਲ ਸਕੂਲਿੰਗ 'ਚ ਬੱਚੇ ਪੜ੍ਹਦੇ ਜਾਂਦੇ, ਤੁਹਾਨੂੰ ਲੱਗਦਾ ਕਿ ਓਕੇ ਲਿਟਲ ਬਿਟ ਜਿਹੜਾ ਹੈਗਾ ਮੋਇਸਚਰ ਹੱਥ ਦੇ ਉੱਤੇ ਉਹ ਹੈਲਪ ਕਰਦਾ ਪੇਪਰ ਨੂੰ ਜਿਹੜਾ ਲਿਫਟ ਕਰਨ ਵਿੱਚ, ਸੋ ਉਸ ਨੂੰ ਯੂਜ਼ ਕਰ ਲਿਆ ਜਾਏ। ਜਦੋਂ ਸੰਥਿਆ ਕਰਾਈ ਜਾਂਦੀ ਉਦੋਂ ਲਿਟਰਲੀ ਤੌਰ 'ਤੇ ਦੱਸਿਆ ਜਾਂਦਾ ਕਿ ਆਪਾਂ ਕਿਵੇਂ ਇਹਦੇ ਪੰਨੇ ਜਿਹੜੇ ਨੇ, ਜਿਵੇਂ ਇਸ ਤਰੀਕੇ ਨਾਲ ਜਿਹੜਾ ਹੈਗਾ ਉੱਪਰ ਹੱਥ ਰੱਖ ਕੇ ਇਹਨੂੰ ਪੰਨੇ ਨੂੰ ਇਸ ਰੂਪ ਵਿੱਚ ਲੈ ਜਾਣਾ ਹੈ ਜਾਂ ਇਸ ਰੂਪ ਵਿੱਚ ਲੈ ਕੇ ਆਉਣਾ, ਫਿਰ ਸਾਈਡ ਤੋਂ ਪੰਨਾ ਐਵੇਂ ਕਰਕੇ ਚੱਕਣਾ ਹੈ, ਫਿਰ ਇਸ ਤਰੀਕੇ, ਤਾਂ ਕਿ ਬੰਦੇ ਨੂੰ ਪੇਜ ਜਿਹੜੇ ਨੇ ਪ੍ਰੋਪਰਲੀ ਇਹਦੇ ਲਿਫਟ ਕਰਨੇ ਆ ਜਾਣ ਅਤੇ ਉਹਨੂੰ ਆਪਣੇ ਬਕਾਇਦਾ ਤੌਰ ਜਿਹੜੀ ਇੱਕ ਆਦਤ ਸੰਸਾਰੀ ਤੌਰ 'ਤੇ ਪਈ ਉਹਦੇ ਤੋਂ ਪਰਹੇਜ਼ਗਾਰ ਹੋ ਸਕੇ। ਸੋ ਜਿਹੜੀ ਮੌਲਿਕ ਬਾਤ ਮੈਂ ਕਰ ਰਿਹਾ ਸੀਗਾ ਕਿ ਮੂੰਹ, ਜੀਭ, ਇਹ ਤਾਂ ਆਪਣੇ ਆਪ ਵਿੱਚ ਝੂਠੇ ਨੇ, ਝੂਠ ਮੰਨਦੇ ਹਾਂ ਅਸੀਂ। ਈਵਨ ਸਪੋਜ਼ ਕਰੋ ਕੋਈ ਚੀਜ਼ ਆਪਾਂ ਛਕ ਰਹੇ ਹਾਂ ਉਸ ਰੂਪ ਦੇ ਵਿੱਚ, ਅਤੇ ਕੋਈ ਹੋਰ ਸ਼ਖਸ ਕਹਿੰਦਾ ਕਿ ਆਹ ਚੀਜ਼, ਕਹਿੰਦੇ ਨਾ ਵੀ ਇਹ ਮੇਰੀ ਝੂਠੀ ਹੈ ਮੇਨ, ਕਿਉਂਕਿ ਮੈਂ ਇਸ ਨੂੰ ਮੂੰਹ ਵਿੱਚ ਪਾ ਕੇ ਦੁਬਾਰਾ ਚਮਚ ਇਹਦੇ 'ਚ ਵਾਪਸ ਪਾ ਦਿੱਤਾ, ਇਹ ਝੂਠ ਹੋ ਗਈ। ਜੀਭ, ਮੂੰਹ, ਝੂਠੇ ਦਾ ਤਸੱਵੁਰ ਆ। ਬਾਬਾ ਜੀ ਇੱਥੇ ਕੀ ਬਿਆਨ ਕਰ ਰਹੇ ਨੇ, ਸ਼ਬਦ ਸੁਣੋ ਤੁਸੀਂ। ਮਹਾਰਾਜ ਕਹਿ ਰਹੇ ਨੇ, ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ। ਰਸਨਾ ਸੁੱਚੀ ਹੋ ਗਈ। ਹੁਣ ਆਹ ਰੂਪ ਕੀ ਹੈ, ਇੱਥੇ ਮੰਨਣਾ ਪਏਗਾ ਇਹ ਸੁੱਚ ਪਿੱਟ ਉਹ ਵਾਲੀ ਨਹੀਂ ਜਿਹੜੀ ਆਮ ਕਰਕੇ ਅਸੀਂ ਸਮਝਦੇ ਹਾਂ ਵੀ ਮੂੰਹ ਨੂੰ ਹੱਥ ਲੱਗ ਗਿਆ, ਮੂੰਹ ਇਸ ਰੂਪ ਦੇ ਵਿੱਚ, ਉਹ ਤੇ ਮੂੰਹ ਝੂਠਾ ਹੀ ਰਹੇਗਾ, ਸਲਾਈਵਾ ਮੂੰਹ ਦੇ ਵਿੱਚ ਆ, ਇਹ ਤੇ ਮਤਲਬ ਉਸ ਰੂਪ ਵਿੱਚ ਹਰ ਟਾਈਮ ਹੈ। ਇੱਥੇ ਜੋ ਬਾਬਾ ਜੀ ਬਿਆਨ ਕਰਦੇ ਨੇ, ਅਸੀਂ ਜਿਵੇਂ ਅਗੇਨ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸ਼ਬਦਾਂ 'ਚ ਅਸੀਂ ਜਾ ਸਕਦੇ ਹਾਂ। ਮਹਾਰਾਜ ਕਹਿੰਦੇ, ਜਦੋਂ ਮਹਾਰਾਜ ਸੂਤਕ ਦੀ ਗੱਲ ਕਰਦੇ, ਸੂਤਕ ਕਿਸੇ ਚੀਜ਼ ਦਾ ਪਿੱਟ ਜਾਣਾ, ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ ਸੂਤਕ ਪਾਤਕ ਨੂੰ ਬੜਾ ਮੰਨਿਆ ਗਿਆ। ਮਰਨ ਤੇ ਜਨਮ ਦੇ ਨਾਲ ਰਿਲੇਟਡ ਕਰਕੇ ਘਰਾਂ ਦੇ ਸੁਚਮਤਾ, ਨਾ ਸੁਚਮਤਾ, ਅਪਵਿੱਤਰਤਾ, ਪਵਿੱਤਰਤਾ, ਇਹ ਸਾਰੇ ਰੂਪ ਦੇ ਵਿੱਚ ਈਵਨ ਜਿਉਂ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ, ਇਹਦੇ ਬਾਬਤ ਵੀ ਚਰਚਾ ਹੁੰਦੀ। ਮਤਲਬ ਚੀਜ਼ਾਂ ਬਹੁਤ ਸਾਰੀਆਂ ਨੂੰ ਜਿਹੜਾ ਬਿਲਕੁਲ ਤਸੱਵੁਰ ਕੀਤਾ ਗਿਆ ਵੀ ਇਹ ਤੇ ਬਿਲਕੁਲ ਝੂਠ ਆ, ਇਹ ਬਿਲਕੁਲ ਜਿਹੜਾ ਹੈਗਾ ਇਸ ਨੂੰ ਲੋਅਰ ਲੈਵਲ 'ਤੇ ਬੰਦੇ ਨੂੰ ਲਿਆ ਕੇ ਤਸੱਵੁਰ ਕੀਤਾ ਜਾਏ। ਗੁਰੂ ਬਾਬਾ ਜੀ ਨੇ ਸੂਤਕ, ਪਾਤਕ, ਈਵਨ ਜਿਹੜੀ ਮਹਾਂਵਾਰੀ, ਹਰ ਇੱਕ ਚੀਜ਼ ਜਿਹੜੀਆਂ ਟ੍ਰੈਡੀਸ਼ਨਲ ਵੇ ਨਾਲ ਐਕਸਰਸਾਈਜ਼ ਹੋ ਰਹੀਆਂ ਸੀਗੀਆਂ, ਉਹਨਾਂ ਸਾਰਿਆਂ ਦੇ ਉੱਤੇ ਸਿੱਖਿਆਤਮਕ ਪਰਿਪੇਖ ਦੇ ਵਿੱਚ ਸਾਨੂੰ ਵਿਜ਼ਨ ਦਿੱਤਾ, ਸਾਨੂੰ ਨਵੀਂ ਦ੍ਰਿਸ਼ਟੀ ਦਿੱਤੀ। ਅਸੀਂ ਸ਼ਬਦ ਪੜ੍ਹਦੇ ਹਾਂ, ਆਸਾ ਕੀ ਵਾਰ 'ਚ ਆਪ ਪੜ੍ਹਦੇ ਹੋ, ਮਨ ਕਾ ਸੂਤਕ ਲੋਭ ਹੈ, ਜੀਵਾ ਸੂਤਕ ਕੂੜ। ਮਹਾਰਾਜ ਕਹਿੰਦੇ ਬਾਹਰਲੇ ਸੂਤਕ ਦੀ ਤਾਂ ਬੜੀ ਗੱਲ ਕਰਦਾ, ਕਦੀ ਮਨ ਦੇ ਸੂਤਕ ਦੀ ਵੀ ਗੱਲ ਕਰ। ਮਨ ਕਾ ਸੂਤਕ ਲੋਭ ਹੈ। ਮਨ ਅਰਾਊਂਡ 99% ਸਮਾਂ ਲਾਲਚ ਨੂੰ ਆਪਣੇ ਅੰਦਰ ਲੈ ਕੇ ਚੱਲਦਾ ਆ। ਸਾਡਾ ਸਿਮਰਨ ਲਾਲਚ ਦਾ ਹੁੰਦਾ ਹੈ। ਲਾਲਚ ਸਭ ਤੋਂ ਵੱਡਾ ਵਕਾਰ ਹੈ। ਸਾਡਾ ਸੰਸਾਰ ਦੇ 'ਚ ਤੁਰਨਾ, ਖਾਣਾ, ਪੀਣਾ, ਰਹਿਣਾ, ਮਿਲਣਾ, ਵਰਤਣਾ, ਸਭ ਚੀਜ਼ਾਂ 'ਚ ਲਾਲਚ ਹੈ। ਉਸ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਦੇ ਨਹੀਂ, ਕਿਸੇ ਨਾਲ ਸਾਂਝ ਨਹੀਂ, ਕੁਛ ਨਹੀਂ। ਇਹੀ ਮੁੱਖ ਰੂਪ 'ਚ ਇਹੀ ਬਾਤ ਬੰਦੇ ਦੇ ਅੰਦਰ ਪਈ ਹੈ, ਲਾਲਚ, ਸਵਾਰਥ। ਇਹ ਰੂਪ ਜਿਹੜਾ ਆ, ਤੇ ਇਹ ਕਿਤੋਂ ਹੋਰੋਂ ਨਹੀਂ ਆ ਰਿਹਾ, ਇਹ ਮਨ ਵਿੱਚੋਂ ਆ ਰਿਹਾ ਹੈ। ਮਨ ਨੂੰ ਇਹ ਪੱਕਾ ਹੀ ਰੋਗ ਲੱਗਾ। ਮਹਾਰਾਜ ਕਹਿੰਦੇ ਬਾਹਰ ਦੇ ਸੂਤਕ ਤੋਂ ਤੇ ਬੜਾ ਭੱਜਦਾ ਹੈ, ਜਿਹੜਾ ਮਨ ਨੂੰ ਸੂਤਕ ਲੱਗਾ, ਕਦੀ ਉਹਦੀ ਗੱਲ ਕੀਤੀ ਹੈ। ਫਿਰ
ਕੋਈ ਕਿਤੇ ਕਿਸੇ ਰੂਪ ਦੇ ਵਿੱਚ, ਮੈਂ ਪਹਿਲਾਂ ਹੀ ਬੇਨਤੀ ਕੀਤੀ, ਸਾਡੇ ਘਰ ਦੇ ਵਿੱਚ ਇੱਕ ਬੜੀ ਸੁੰਦਰ ਤਰੀਕੇ ਦੀ ਕਿਰਿਆ ਹੈ, ਪ੍ਰਕਿਰਿਆ ਹੈ। ਜਿਵੇਂ ਸੰਥਿਆ ਦੀ ਬਾਤ ਕੀਤੀ, ਪੋਥੀ ਸਾਹਿਬ ਦੀ ਗੱਲ ਕੀਤੀ, ਹਜੂਰੀਆ ਗਲ ਵਿੱਚ ਪਾ ਕੇ ਰੱਖਣਾ, ਇਹ ਚੀਜ਼ਾਂ ਹੈਗੀਆਂ। ਪਰ ਮਹਾਰਾਜ ਇਹਦੇ 'ਚ ਕੀ ਬਿਆਨ ਕਰਦੇ? ਜਿਹਵਾ ਸੂਤਕ ਕੂੜ, ਜਿਹੜੇ ਜਿਹਵਾ ਦਾ ਸੁੱਚੇ ਪਿੱਟੇ ਹੋਣਾ ਜਾਂ ਉਸ ਰੂਪ ਵਿੱਚ ਹੋਣਾ, ਇਹ ਸਿਰਫ ਇਹ ਨਹੀਂ ਕਿ ਮੂੰਹ 'ਚ ਸਲਾਈਵਾ ਇਸ ਕਰਕੇ ਮੂੰਹ ਜੂਠਾ ਆ। ਤੇ ਇਹ ਵੀ ਸੱਚ ਹੈ, ਇੱਕ ਜਦੋਂ ਅਸੀਂ ਰਿਲੀਜੀਅਸ ਐਕਸਰਸਾਈਜ਼ 'ਚ ਉਸ ਲੈਵਲ 'ਤੇ ਆ ਜਾਂਦੇ ਆ ਨਾ, ਤੇ ਜਿੱਥੇ ਜਾ ਕੇ ਮਨ ਦੀ ਝੂਠ ਦਾ ਬੰਦਾ ਐਡਾ ਵੱਡਾ ਤਸੱਵੁਰ ਕਰਦਾ, ਉਸ ਨੂੰ ਕੈਟੇਗਰਾਈਜ਼ ਕਰਦਾ ਜਾਤ ਦੇ ਨਾਲ, ਕਿਸੇ ਰੇਸ ਦੇ ਨਾਲ, ਉਸ ਸਭ ਦੇ ਵਿੱਚ, ਤੇ ਇੱਕ ਦੂਸਰੇ ਤੋਂ ਮਤਲਬ ਅਛੂਤ ਕਹਿ ਕੇ ਪਰਹੇਜ਼ਗਾਰ ਹੁੰਦਾ। ਤੇ ਬਾਬਾ ਜੀ ਨੇ ਕੀ ਕੀਤਾ? ਖੰਡੇ ਬਾਟੇ ਦੀ ਪਹੁਲ 'ਚ ਇੱਕ ਬਾਟੇ ਨੂੰ ਮੂੰਹ ਲਵਾਇਆ ਸਾਰਿਆਂ ਦਾ, ਇੱਕ ਬਾਟੇ ਨੂੰ। ਮਤੇ ਤੇਰੇ ਅੰਦਰ ਇਹ ਬਾਤ ਰਹਿ ਜੇ ਕਿ ਮੈਂ ਤੇ ਫਲਾਂ ਜਾਤ ਦਾ ਹਾਂ, ਤੇ ਮੈਂ ਫਲਾਂ ਨੇਸ਼ਨ ਦਾ, ਤੇ ਫਲਾਂ ਰੇਸ ਦਾ ਹਾਂ। ਬਾਬਾ ਜੀ ਕਹਿੰਦੇ ਨਾ, ਇਹ ਮਨੁੱਖ ਦੀ ਜ਼ਾਤ ਇੱਕ ਹੀ ਹੈ। ਹਾਂ, ਸਾਡੇ ਲੰਗਰਾਂ ਦਾ ਤੁਸੀਂ ਬਾਤ ਕਰ ਲਓ। ਈਵਨ ਮੈਂ ਇੱਥੇ CBC 'ਤੇ ਇੱਕ ਵਾਰੀ ਪ੍ਰੋਗਰਾਮ ਸੁਣ ਰਿਹਾ ਸੀਗਾ, ਤੇ ਪ੍ਰੋਗਰਾਮ ਤੇ ਉਹ ਸੀਗਾ ਉਹਦੇ ਰਿਲੇਟਿਡ ਵਰਲਡ ਵਾਈਡ, ਮਤਲਬ ਫੂਡ ਵਰਾਇਟੀਜ਼ ਦੇ ਉੱਤੇ, ਵੀ ਫੂਡ ਦੀਆਂ ਵਰਾਇਟੀਜ਼ ਕਿੰਨੀਆਂ ਹੁੰਦੀਆਂ ਨੇ। ਕਿਸੇ ਨੇ ਕੋਈ ਤੇ ਕੰਮ ਕੀਤਾ ਸੀ, ਬੁੱਕਸ ਲਿਖੀਆਂ ਸੀ, ਡਾਕੂਮੈਂਟਰੀਜ਼ ਵਗੈਰਾ ਬਣਾਈਆਂ ਸੀਗੀਆਂ। ਤੇ ਉਸਨੇ ਉਹਨੂੰ ਪੁੱਛਿਆ ਵੀ ਓਕੇ, ਲੰਬੀ ਚੌੜੀ ਇੰਟਰਵਿਊ, ਤੇ ਬਾਈ ਚਾਂਸ ਮੈਂ ਵੈਸੇ ਹੀ ਸੁਣ ਰਿਹਾ, ਤੇ ਉਹਦੇ 'ਚੋਂ ਕਰਦਿਆਂ ਕਿਹੜੀ ਚੀਜ਼ ਪੌਪ ਅਪ ਹੋ ਗਈ ਜਦੋਂ ਗੱਲਬਾਤ ਦੱਸ ਰਿਹਾ ਹੈ। ਤੇ ਉਹ ਕਹਿੰਦਾ ਕਿ ਉਹਨੂੰ ਹੋਸਟ ਪੁੱਛਦੀ ਹੈ ਕਿ ਓਕੇ, ਕੋਈ ਐਸੀ ਚੀਜ਼ ਜਿਹੜੀ ਐਕਸਟਰਾ ਆਰਡੀਨਰੀ ਹੋਈ ਹੋਏ, ਮਤਲਬ ਤੈਨੂੰ ਬੜੀ। ਉਹ ਕਹਿੰਦਾ ਵੈਸੇ ਤਾਂ ਬਹੁਤ ਐਕਸਪੀਰੀਅੰਸਿਸ ਨੇ, ਪਰ ਇੱਕ ਚੀਜ਼ ਕਮਾਲ ਦੀ ਇਹ ਦੇਖੀ ਕਿ ਜਦੋਂ ਮੈਂ ਇੰਡੀਆ ਗਿਆ, ਤੇ ਇੰਡੀਆ ਦੇ ਵਿੱਚ ਮੈਂ ਕੁਝ ਐਕਸਪੀਰੀਅੰਸ ਕੀਤੇ, ਜਿੱਥੇ ਮੈਂ ਇੱਕ ਸੈਲਫ ਓਪਰੇਟਿਡ ਕਿਚਨਸ ਦੇਖੀ। ਉਹ ਕਿਹੜੀ ਹੈ ਜੀ? ਉਹ ਕਹਿੰਦਾ ਵੀ ਇਹ ਵੀ ਨਹੀਂ ਛੋਟੀ ਮੋਟੀ, ਵੱਡੇ ਲੈਵਲ 'ਤੇ ਹਜ਼ਾਰਾਂ ਲੋਕਾਂ ਵਾਸਤੇ ਉੱਥੇ ਫੂਡ ਬਣ ਰਿਹਾ, ਤੇ ਬਹੁਤ ਟੇਸਟੀ ਇੰਡੀਅਨ ਕਰੀਜ਼ ਬਣ ਰਹੀਆਂ ਨੇ, ਜਿਹੜਾ ਹੈਗਾ ਉੱਥੇ ਚਪਾਤੀ ਰੋਟੀਆਂ ਬਣ ਰਹੀਆਂ ਨੇ, ਉੱਥੇ ਡਿਫਰੈਂਟ ਕਿਸਮ ਦੇ ਪਕਵਾਨ ਬਣ ਰਹੇ ਨੇ, ਉੱਥੇ ਮਿਲਕ ਪਡੀਜ਼ ਬਣ ਰਹੀਆਂ ਨੇ, ਜਿਵੇਂ ਖੀਰ ਵਗੈਰਾ ਹੁੰਦੀ ਹੈ, ਸੋ ਸਭ ਚੀਜ਼ਾਂ। ਤੇ ਉਹ ਜਦੋਂ ਇਹ ਬਾਤ ਕਰ ਰਹੀ ਹੈ, ਤੇ ਉਹ ਕਰ ਰਿਹਾ ਬੰਦਾ ਦੱਸ ਰਿਹਾ, ਤੇ ਹੋਸਟ ਕਹਿੰਦੀ, ਆਰ ਯੂ ਟਾਕਿੰਗ ਅਬਾਊਟ ਸਮ ਸੋਰਟ ਆਫ ਲੰਗਰ? ਉਹ ਕਹਿੰਦਾ, ਹਾਊ ਡੂ ਯੂ ਨੋ? ਕਹਿੰਦੀ, ਵਟ ਆਰ ਯੂ ਥਿੰਕਿੰਗ? ਮੈਂ ਇੱਥੇ ਕਹਿੰਦੀ ਟੋਰਾਂਟੋ 'ਚ ਰਹਿੰਦੀ ਹਾਂ, ਮੈਨੂੰ ਪਤਾ ਨਹੀਂ ਇਸ ਗੱਲ ਬਾਰੇ। ਕਹਿੰਦੇ ਅੱਛਾ, ਕਿਹੜੀ ਜਗ੍ਹਾ ਸੀ? ਉਹ ਕਹਿੰਦਾ ਗੁਰਦੁਆਰਾ ਬੰਗਲਾ ਸਾਹਿਬ। ਕਹਿੰਦੇ ਮੈਂ ਉੱਥੇ ਦੇਖਿਆ ਵੀ ਕਮਾਲ ਹੈ, ਇੱਕ ਆਟੋ ਆਪਰੇਟਿੰਗ ਵੇ ਨਾਲ ਕਿਚਨ ਚੱਲ ਰਹੀ ਹੈ, ਤੇ ਹਜ਼ਾਰਾਂ ਲੋਕਾਂ ਦਾ ਲੰਗਰ ਲਗਾਤਾਰ ਬਣ ਰਿਹਾ, ਸਭ ਚੀਜ਼ਾਂ ਹੋ ਰਹੀਆਂ। ਉਹ ਖੈਰ ਕਹਿੰਦਾ ਵੀ ਉਹ ਜਿਹੜੀ ਉਹਦੀ ਮਤਲਬ ਉਹਦਾ ਅਰੋਮਾ ਹੈ ਫੂਡ ਦਾ, ਉਹ ਸਭ ਮਾਰਵਲਸ, ਸਭ ਚੀਜ਼ਾਂ ਕਮਾਲ ਸੀਗੀਆਂ। ਪਰ ਜਿਹੜੀ ਕਮਾਲ ਉਸ ਤੋਂ ਵੀ ਅਗਲੀ ਹੋਈ, ਉਹ ਇਹ ਕਿ ਐਡੇ ਵੱਡੇ ਲੈਵਲ 'ਤੇ ਸਭ ਚੀਜ਼ਾਂ ਹੋ ਰਹੀਆਂ, ਜਿੱਥੇ ਤੁਸੀਂ ਦਿੱਲੀ ਵਰਗੇ ਸ਼ਹਿਰ 'ਚ ਰਹਿੰਦੇ ਹੋ, ਇੰਨਾ ਭੀੜ ਭੜਾਕਾ, ਇੰਨਾ ਜ਼ਿਆਦਾ ਪੋਲਿਊਸ਼ਨ, ਸਭ ਚੀਜ਼ਾਂ ਨੇ। ਤੇ ਮੋਸਟਲੀ ਮੈਂ ਦੇਖਿਆ ਕਹਿੰਦਾ ਕਿ ਫੂਡ ਕੰਟੈਮੀਨੇਸ਼ਨ ਦੀ ਵੱਡੀ ਲੈਵਲ 'ਤੇ ਸ਼ਿਕਾਇਤ ਵੀ ਰਹਿੰਦੀ ਉੱਥੇ, ਮਤਲਬ ਇਹ ਚੀਜ਼ ਉਸ ਰੂਪ ਦੇ 'ਚ। ਔਰ ਕਹਿੰਦਾ ਵੀ ਉੱਥੇ ਇੰਨੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਹਰ ਲੈਵਲ ਦੇ ਉੱਤੇ, ਹਰ ਲੇਅਰਸ ਦੇ ਵਿੱਚ। ਇਹ ਸਾਡੇ ਘਰ ਹੈ ਭਾਈ, ਤੁਸੀਂ ਲੰਗਰਾਂ ਜਾਣਾ ਭਾਈ, ਹੱਥ ਧੋ ਕੇ ਆਓ ਭਾਈ, ਜਿਹੜਾ ਹੈਗਾ ਸੁੱਚੇ ਹੱਥ ਲਾਓ, ਸੁੱਚੇ ਹੱਥਾਂ ਨਾਲ ਲੰਗਰ ਲਓ, ਹਰ ਚੀਜ਼ ਉਸ ਰੂਪ ਦੇ 'ਚ। ਇਹ ਕੀ ਹੈ? ਤਾਂ ਕਿ ਅਸੀਂ ਆਪਣੀ ਤੇ ਦੂਜਿਆਂ ਦੀ ਸਿਹਤ ਦਾ ਖਿਆਲ ਰੱਖੀਏ। ਅਸੀਂ ਜਿਹੜਾ ਹੈਗਾ ਜਰਮਸ ਨਹੀਂ ਫੈਲਾਣੇ, ਅਸੀਂ ਕੋਈ ਗੰਦਗੀ ਨਹੀਂ ਫੈਲਾਣੀ, ਅਸੀਂ ਬੜੇ ਮਤਲਬ ਸਿਵਲਾਈਜ਼ ਵੇ ਦੇ ਨਾਲ ਵੀ, ਤੇ ਬੜੇ ਹਿਊਮਨ ਵੇ ਦੇ ਨਾਲ ਵੀ ਇਸ ਸਾਰੇ ਨੂੰ ਅਪਰੋਚ ਅਡਾਪਟ ਕਰਨੀ ਹੈਗੀ ਹੈ। ਪਰ ਇਹ ਸਾਰੇ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਦੀ ਜ਼ਾਤ ਪੁੱਛੀਏ, ਕਿਸੇ ਨੂੰ ਖਾਸ ਰੂਪ ਦੇ 'ਚ ਨਾ, ਐਸਾ ਕੁਛ ਨਹੀਂ। ਬਿਲਕੁਲ ਨੈਚੁਰਲ ਹਿਊਮਨ ਐਕਸਰਸਾਈਜ਼ ਹੈ। ਇਹ ਤਾਂ ਹੀ ਪੋਸੀਬਲ ਹੋ ਸਕਿਆ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਆ ਕੇ ਛਕੇ। ਆਮ ਕਰਕੇ ਹੁੰਦਾ, ਈਵਨ ਅਜੇ ਤੱਕ ਵੀ ਤੁਸੀਂ ਬਹੁਤ ਸਾਰੇ ਇਹੋ ਜਿਹੇ ਧਾਰਮਿਕ ਅਸਥਾਨ ਹੈਗੇ ਨੇ ਭਾਰਤੀ ਖਿੱਤੇ ਦੇ ਵਿੱਚ, ਜਿੱਥੇ ਜਾਓ ਤੇ ਉੱਥੇ ਬਕਾਇਦਾ ਤੌਰ 'ਤੇ ਜਾਤ ਪੁੱਛੀ ਜਾਂਦੀ ਹੈ, ਉਹਦੇ ਮੁਤਾਬਕ ਸ਼੍ਰੇਣੀਆਂ ਬਣਾਈਆਂ ਜਾਂਦੀਆਂ ਨੇ, ਭਾਂਡੇ ਵੱਖਰੇ ਰੱਖੇ ਜਾਂਦੇ ਨੇ, ਇਹ ਸਭ ਚੀਜ਼ਾਂ ਹੁੰਦੀਆਂ। ਇੱਥੇ ਬਿਲਕੁਲ ਕਿਹਾ ਗਿਆ ਕਿ ਨੋ, ਐਸਾ ਕੁਛ ਨਹੀਂ ਹੈਗਾ। ਜੋ ਇਹ ਐਕਸਰਸਾਈਜ਼ ਸਾਨੂੰ ਸਿਖਾਈ ਗਈ, ਤੇ ਇੱਥੋਂ ਹੀ ਆਈ ਕਿ ਭਾਈ ਇੱਕੋ ਖੰਡੇ ਬਾਟੇ ਦੀ ਪਹੁਲ ਲੈਣੀ ਅਸੀਂ, ਇੱਕ ਰੂਪ ਦੇ 'ਚ ਸਾਂਝੇ ਲੰਗਰਾਂ 'ਚ ਛਕਣਾ, ਇਹ ਸਭ ਰੂਪ ਨੂੰ ਇਸ ਤਰੀਕੇ ਨਾਲ ਅਡਾਪਟ ਕਰਨਾ, ਮਨੁੱਖੀ ਅਪਰੋਚ ਅਡਾਪਟ ਕਰਨੀ। ਪਰ ਜਦੋਂ ਆਏਗੀ ਬਿਲਕੁਲ ਸੁੱਚ ਪਿੱਟ ਦੀ ਗੱਲ, ਤੇ ਸੁੱਚ ਪਿੱਟ ਸਿਰਫ ਬਹਿਰੂਨੀ ਵਿਖਾਵੇ ਦੀ ਨਹੀਂ ਹੁੰਦੀ। ਇਹ ਤੇ ਮਨ ਕਾ ਸੂਤਕ ਲੋਭ ਹੈ, ਜੀਵਾ ਸੂਤਕ ਕੂੜ। ਰਸਨਾ ਕਦੋਂ ਝੂਠੀ ਹੁੰਦੀ? ਜਦੋਂ ਕੂੜ ਬੋਲਦੀ, ਝੂਠ ਬੋਲਦੀ। ਬੰਦੇ ਦੀ ਜ਼ਬਾਨ
ਉਦੋਂ ਸੱਚੀ ਨਾ ਰਹੀ, ਉਦੋਂ ਸੁੱਚੀ ਨਾ ਰਹੀ ਜਦੋਂ ਇਹਦੇ ਵਿੱਚ ਝੂਠ ਵਸ ਗਿਆ ਆ ਕੇ। ਬੰਦਾ ਉਹ ਲਫ਼ਜ਼ ਬੋਲਦਾ ਜਿਹੜੇ ਲਫ਼ਜ਼ ਉਹਦੀ ਅੰਦਰ ਦੀ ਮਾਨਸਿਕ ਦਸ਼ਾ ਨੂੰ, ਉਹਦੀ ਹਕੀਕਤ ਨੂੰ ਉਹਨੂੰ ਨਾ ਬਿਆਨ ਕਰਦੇ, ਕਿਸੇ ਨੂੰ ਗਲਤ ਤਰੀਕੇ ਦੇ ਨਾਲ ਆਪਣੇ ਲਫ਼ਜ਼ਾਂ ਦਾ ਪ੍ਰਯੋਗ ਇਸਤੇਮਾਲ ਕਰਕੇ ਠੱਗਣ ਦਾ ਯਤਨ ਕਰਦਾ। ਇਹ ਸਭ ਚੀਜ਼ਾਂ ਤੋਂ ਮਹਾਰਾਜ ਨੇ ਕਿਹਾ ਇਹ ਹੈ ਸੁੱਚ ਪਿੱਠ, ਇਹ ਹੈ ਜੀਵਾ ਸੂਤਕ ਕੂੜ। ਇਸ ਰੂਪ ਵਿੱਚ ਬਾਤ ਕੀਤੀ ਗਈ। ਹੋਰ ਰੰਗ ਲੈ ਲਈਏ, ਮਹਾਰਾਜ ਬਿਆਨ ਕਰਦੇ ਜਿਹੜੀ ਬੰਦੇ ਦੀ ਜੀਭਾ ਆ ਨਾ, ਇਹਦੇ ਨਾਲ ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ। ਇਹ ਕਿਵੇਂ ਹੋ ਸਕਦਾ ਹੈ ਕਿ ਬੰਦੇ ਦਾ ਤਨ ਤੇ ਮਨ ਹੀ ਫਿੱਕਾ ਹੋ ਗਿਆ? ਮਤਲਬ ਅਸੀਂ ਕਈ ਵਾਰੀ ਆਮ ਹਾਲਤਾਂ 'ਚ ਗੱਲ ਕਹਿੰਦੇ ਹਾਂ, ਫਲਾਂ ਬੰਦਾ ਭਈ ਬੜਾ ਬੀਬਾ ਆ, ਬੜਾ ਵਧੀਆ ਮਿਲਵਰਤਨ ਹੈ ਉਹਦਾ, ਬੜਾ ਨਿੱਘਾ ਆ, ਬੜਾ ਮਿੱਠਾ ਆ, ਬੜਾ ਖਲੂਸ, ਬੜੀ ਮੁਹੱਬਤ ਨਾਲ ਭਰਿਆ ਹੋਇਆ ਆ। ਇਹ ਸਾਰੀਆਂ ਚੀਜ਼ਾਂ ਕਿੱਥੋਂ ਨਿਕਲਦੀਆਂ? ਜੀਭ ਤੋਂ। ਬਾਕੀ ਤੇ ਹੋਰ ਕੋਈ ਬਾਡੀ ਦਾ ਕਿਸੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਿੱਘ ਦਾ ਤਸੱਵੁਰ ਨਹੀਂਗਾ ਨਾ, ਉਹ ਤੇ ਹੋਰ ਤੇ ਕੁਛ ਨਹੀਂਗਾ। ਜਿਹੜੇ ਲਫ਼ਜ਼ ਨੇ, ਅਲਫਾਜ਼ ਨੇ, ਹਰਫ ਨੇ, ਅੱਖਰ ਨੇ, ਤੇ ਉਨ ਅੱਖਰਾਂ ਦੇ ਪਿੱਛੇ ਪਏ ਹੋਏ ਭਾਵ ਨੇ, ਇਹ ਵੀ ਚੀਜ਼ ਹੈ। ਨਿਰਾ ਜੀਭ ਦੇ ਮਿੱਠੇ ਹੋਣ ਦੀ ਵੀ ਗੱਲ ਨਹੀਂ ਹੈ। ਜਿਹੜੀ ਸੁਚਮਤਾ ਦੀ ਗੱਲ ਆ ਰਹੀ ਹੈ ਉਹ ਇਕੱਲੀ ਇਹ ਵੀ ਨਹੀਂ। ਇਹਨੂੰ ਸਾਹਿਬ ਨੇ ਇਸ ਤਰ੍ਹਾਂ ਵੀ ਕਿਹਾ ਕਿ ਜਿਹੜੀ ਕਈ ਵਾਰੀ ਚੀਜ਼ ਮਿੱਠੀ ਲੱਗਦੀ ਹੈ ਵੀ ਬੰਦਾ ਵੈਸੇ ਤੇ ਬੜੇ ਮਿੱਠੇ ਮਿੱਠੇ ਬੋਲ ਰਿਹਾ, ਪਰ ਉਹਦੇ ਪਿੱਛੇ ਭਾਵ ਜਿਹੜਾ ਆ ਉਹ ਕਿਸੇ ਨੂੰ ਨੁਕਸਾਨਣ ਦਾ ਆ, ਕਿਸੇ ਦੇ ਫਾਇਦੇ ਦਾ ਨਹੀਂ ਗਾ। ਤੇ ਸਾਹਿਬ ਨੇ ਕਿਹਾ ਨਾ, ਮਿੱਠਾ ਸੋਝੇ ਭਾਮ ਦਾ, ਸੱਜਣ ਸੋਝੇ ਰਾਸ। ਬੋਲ ਸੱਜਣਾ ਵਰਗੇ ਹੋਣ, ਸੱਜਣ ਬਣਾਉਣ ਵਾਲੇ ਹੋਣ, ਸੱਜਣ ਬਣਨ ਵਾਲੇ ਹੋਣ, ਪਰ ਸੱਜਣ ਗੱਲੀ ਬਾਤੀ ਨਾ ਹੋਏ, ਰਾਸ ਹੋਏ। ਰਾਸ ਰਾਹ ਦੀ ਪੂੰਜੀ, ਮਦਦਗਾਰ ਹੋਏ, ਕੰਮ ਆਉਣ ਵਾਲਾ ਹੋਏ, ਚੰਗੇਰਾ ਹੋਏ। ਇਹ ਸਾਰੀ ਚੀਜ਼ ਨੂੰ ਕਿਆ ਆਪਣੇ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ ਦੇ ਵਿੱਚ ਪਾ, ਜ਼ਿੰਦਗੀ 'ਚ ਇਸ ਰੂਪ ਵਿੱਚ ਆਪਣੇ ਆਪ ਨੂੰ ਢਾਲ। ਸੋ ਇਹ ਬਾਤ ਕਰਕੇ ਕਿਆ ਤੇਰੀ ਜ਼ਬਾਨ ਫਿਰ ਸੁੱਚੀ ਹੋਏਗੀ। ਤੇ ਸੁੱਚੀਆਂ ਜ਼ਬਾਨਾਂ, ਬੰਦਾ ਕਹਿੰਦਾ ਮੈਂ ਕਿਸੇ ਨੂੰ ਜ਼ਬਾਨ ਦੇ ਦਿੱਤੀ ਹੈ, ਮੈਂ ਕਿਸੇ ਨਾਲ ਆ ਗੱਲ ਕਹਿ ਦਿੱਤੀ ਹੈ, ਮੈਂ ਮੂੰਹ ਦੇ ਬਚਨ ਪੁਗਾ ਰਿਹਾ ਵਾਂ। ਇਹ ਸਾਰੀ ਰੂਪ ਨੂੰ ਲਿਆਂਦਾ ਗਿਆ। ਇਹ ਮਨੁੱਖੀ ਪਰਸਨੈਲਿਟੀ ਦੀ ਇੱਕ ਉਸਾਰੀ ਦੀ ਬਾਤ ਹੋ ਰਹੀ ਹੈ। ਫਿਰ ਇਕੱਲਾ ਇਹੀ ਨਹੀਂ, ਬੋਲਾਂ ਦੀ ਚੋਣ ਤੇ ਬਾਣੀ ਨੇ ਬੜਾ ਕਿਹਾ ਹੈ। ਇਹ ਜ਼ਬਾਨ ਦੀ ਜਿਹੜੀ ਰਸਨਾ ਦੀ, ਇਹ ਸਾਰੀ ਉਸ ਸਾਰੇ ਪੱਖ ਦੀ ਬਾਤ ਹੋ ਰਹੀ ਹੈ। ਇਹ ਸਿਰਫ ਖਾਣ ਜਾਂ ਮੂੰਹ ਦੇ ਸਲਾਈਵੇ ਦੀ ਝੂਠ ਵਾਲੀ ਗੱਲ ਨਹੀਂ ਹੋ ਰਹੀ। ਫਿਰ ਮੈਂ ਰਿਪੀਟ ਕਰਦਾ ਇੱਕ ਵਾਰੀ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜੇ ਕੱਲੀਆਂ ਰਸਾਂ ਕਸਾਂ ਵਾਸਤੇ ਜੀਭ ਦਾ ਇਸਤੇਮਾਲ ਕਰਦਿਆਂ ਕਰਦਿਆਂ ਉਮਰ ਗੁਜ਼ਾਰ ਦਿਓਗੇ, ਇਹਦੀ ਪਿਆਸ ਨਹੀਂ ਜਾਣੀ। ਇਸ ਰਸਨਾ ਨੂੰ ਆਪਣੇ ਤੇ ਕਿਸੇ ਦੇ ਭਲੇ ਵਾਸਤੇ ਇਸਤੇਮਾਲ ਕਰਨਾ ਆ, ਤੇ ਉਹ ਤਾਂ ਹੋ ਪਾਏਗਾ। ਇਹ ਰਸਨਾ ਜਦੋਂ ਆਲੇ ਦੁਆਲੇ ਨਾਲ ਕਮਿਊਨੀਕੇਟ ਕਰੇ, ਜਦੋਂ ਲਫ਼ਜ਼ਾਂ, ਹਰਫਾਂ, ਅੱਖਰਾਂ, ਵਾਕਾਂ ਦੀ ਚੋਣ ਕਰੇ, ਉਹਦੇ ਵਿੱਚ ਤਾਬ ਕੀ ਹੈ, ਭਾਵ ਕੀ ਹੈ? ਉਹਦੇ 'ਚ ਤਾਬ ਇਹ ਹੈ ਕਿ ਕਿਸੇ ਨੂੰ ਨਿਹੋਰਾ ਦੇਣਾ, ਕਿਸੇ ਦਾ ਦਿਲ ਤੋੜਨਾ, ਕਿਸੇ ਦੇ ਦਿਲ ਖਰਾਸ਼ੀ ਕਰਨੀ ਹੈ, ਜਾਂ ਭਾਵ ਇਹ ਹੈ ਕੋਮਲ ਬਾਣੀ ਸਭ ਕੋ ਸੰਤੋਖ ਹੈ, ਬੜੇ ਕੋਮਲ ਬੋਲ ਬੋਲਣੇ ਨੇ। ਮਤਲਬ ਇਸ ਤਰ੍ਹਾਂ ਵੀ ਜਾਣੀਏ, ਮੈਂ ਕਿਸੇ ਨੂੰ ਕਿਸੇ ਦਾ ਭਲੇ ਦੀ ਕੋਈ ਗੱਲ ਕਹਿਣੀ ਚਾਹੁੰਦਾ ਵਾਂ, ਤੇ ਭਾਵ ਤੇ ਠੀਕ ਹੈ, ਭਲੇ ਦਾ ਆ, ਪਰ ਕਹਿਣ ਦਾ ਤਰੀਕਾ ਵੀ ਭਲੇ ਦਾ ਹੋਇਆ। ਕਿਤੇ ਐਸਾ ਨਾ ਹੋਏ ਕਿ ਮੈਨੂੰ ਉਹ ਤਰੀਕਾ ਹੀ ਭੁੱਲ ਜਾਏ, ਤੇ ਤਰੀਕਾ ਐਸਾ ਅਪਣਾ ਲਵਾਂ। ਸਾਡੇ ਪੰਜਾਬੀ ਸਮਾਜ ਦੇ ਵਿੱਚ ਜਿਹੜੇ ਮੋਸਟਲੀ ਝਗੜੇ ਨੇ, ਇਹ ਜ਼ਬਾਨ ਤਰਾਸ਼ੀ ਹੈ, ਸੌਰੀ ਟੂ ਸੇ। ਇਹਦੇ ਅੰਦਰ ਲਫ਼ਜ਼ਾਂ ਨੂੰ ਸਹੀ ਪ੍ਰਯੋਗ ਨਾ ਕਰਨਾ, ਟੀਚਰ ਕਰਨੀ, ਕਟਾਹ ਕਰਨਾ, ਜਿਹਨੂੰ ਨਿਹੋਰੇ ਦੇਣੇ ਕਹਿੰਦੇ ਆ ਅਸੀਂ, ਜਾਂ ਵੱਧ ਕੇ ਗੱਲ ਕਰਨੀ, ਅਗਲੇ ਨੂੰ ਇਸ ਰੂਪ ਵਿੱਚ ਗੱਲ ਕਰਨੀ ਜਿਹਦੇ ਅੰਦਰ ਉਹਦਾ ਜਿਹੜਾ ਉਹਦੀ ਹੈਸੀਅਤ ਆ, ਉਹਨੂੰ ਨਿਵਾਣ ਕੇ ਪੇਸ਼ ਕਰਨਾ। ਇਸ ਸਾਰੇ ਨੂੰ, ਹਾਲਾਂਕਿ ਆਈਡੀਅਲ ਸਾਡਾ ਪਤਾ ਕੀ ਹੈ? ਆਈਡੀਅਲ ਇਹ ਹੈ ਜਦੋਂ ਤੂੰ ਜੀਵਨ ਵਿਹਾਰ 'ਚ ਵਿਚਰੇ ਨਾ, ਤੇ ਇਹ ਸੁਰਤ 'ਚ ਰੱਖਿਆ ਕਰ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਤੂੰ ਉਸ ਰੂਪ ਵਿੱਚ ਆਪਣੇ ਜੀਵਨ ਨੂੰ ਲੈ ਕੇ ਜਾਣਾ ਹੈ। ਪਰ ਇੱਥੇ ਕੀ ਹੈ? ਇਹੋ ਜਿਹੇ ਲਫ਼ਜ਼, ਇਹੋ ਜਿਹੇ ਵਿਅੰਗ, ਇਹੋ ਜਿਹੇ ਕਟਾਖ। ਜੇ ਮੈਂ ਸੂਫੀਆਂ ਨੂੰ ਪੜ੍ਹਦਾ, ਸ਼ੇਖ ਸਾਦੀ ਇੱਕ ਬੜੇ ਕਮਾਲ ਦੀ ਗੱਲ ਕਹਿੰਦਾ। ਉਹ ਕਹਿੰਦਾ ਕਿ
ਜਿਹੜੇ ਲੋਕ ਹੱਥਾਂ ਨਾਲ ਵੱਟੇ ਮਾਰਦੇ ਅਸੀਂ ਉਹਨਾਂ ਨੂੰ ਪਾਗਲ ਕਹਿੰਦੇ ਆ ਤੇ ਉਹਨਾਂ ਨੂੰ ਸਮਾਜ ਵਿੱਚ ਅਸੀਂ ਓਪਨਲੀ ਵਿਚਰਨ ਵੀ ਨਹੀਂ ਦਿੰਦੇ। ਛੇਤੀ ਤੋਂ ਛੇਤੀ ਲਾ ਐਂਡ ਆਰਡਰ ਵਾਲੇ ਜਿਹੜੇ ਹੁੰਦੇ ਨੇ ਉਹ ਹਰਕਤ 'ਚ ਆ ਜਾਂਦੇ, ਇਨਫੋਰਸਮੈਂਟ ਵਾਲੇ ਤੇ ਉਹ ਕਹਿੰਦੇ ਵੀ ਭਾਈ ਨਾ 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 ਇਹ ਬਿਹੇਵੀਅਰ ਤੇਰਾ ਅਨਐਕਸੈਪਟੇਬਲ ਆ, ਇਹ ਐਂਟੀ ਸੋਸ਼ਲ ਬਿਹੇਵੀਅਰ, ਤੂੰ ਸੁਸਾਇਟੀ 'ਚ ਨਹੀਂ ਰਹਿ ਸਕਦਾ। ਉਸ ਨੂੰ ਸੁਸਾਇਟੀ ਤੋਂ ਜੁਦਾ ਕਰ ਦਿੱਤਾ ਜਾਂਦਾ, ਉਸ ਨੂੰ ਕਿਹਾ ਨਾ ਇਹ ਚੀਜ਼ ਨਹੀਂ ਚੱਲ ਸਕਦੀ। ਉਹ ਕਹਿੰਦਾ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਹੱਥਾਂ 'ਚ ਪੱਥਰ ਮਾਰਦੇ ਫੜ ਫੜ ਕੇ ਲੋਕਾਂ ਨੂੰ ਤੇ ਲੋਕਾਂ ਦੇ ਸਰੀਰਾਂ ਨੂੰ ਜ਼ਖਮੀ ਕਰ ਦਿੰਦੇ। ਅਸੀਂ ਉਹਨਾਂ ਨੂੰ ਕਹਿੰਦੇ ਪਾਗਲ ਨੇ, ਸੁਸਾਇਟੀ 'ਚ ਅਨਐਕਸੈਪਟੇਬਲ ਨੇ। ਪਰ ਕਮਾਲ ਇਹ ਹੈ, ਕਹਿੰਦੇ ਕਦੀ ਉਹਨਾਂ ਬਾਰੇ ਵੀ ਸੋਚੋ ਜਿਹੜੇ ਹੱਥਾਂ ਨਾਲ ਨਹੀਂ ਮੂੰਹ ਨਾਲ ਪੱਥਰ ਸੱਟ ਰਹੇ ਨੇ, ਉਹਨਾਂ ਦਾ ਕੀ ਕਰੋਗੇ? ਤੇ ਮੂੰਹ ਨਾਲ ਸੱਟੇ ਹੋਏ ਪੱਥਰ ਕਿਸੇ ਦੇ ਤਨ ਤੇ ਨਹੀਂ ਲੱਗਦੇ, ਕਿਸੇ ਦੇ ਮਨ ਤੇ ਲੱਗਦੇ ਨੇ ਜਾ ਕੇ। ਤਨ ਦੇ ਜ਼ਖਮ ਤੇ 2-4-10 ਦਿਨਾਂ 'ਚ ਹਰੇ ਉਹ ਜਿਹੜਾ ਹੈਗਾ ਉਹ ਬਚ ਜਾਂਦੇ ਨੇ, ਉਹ ਮਤਲਬ ਉਹ ਠੀਕ ਹੋ ਜਾਂਦੇ ਨੇ। ਪਰ ਜਿਹੜੇ ਮਨ ਤੇ ਲੱਗੇ ਹੋਏ ਜ਼ਖਮ ਨੇ ਉਹ ਤੇ ਕਈ ਵਾਰੀ ਉਮਰਾਂ ਲੰਘ ਜਾਂਦੀਆਂ। ਬੰਦੇ ਨੂੰ ਅਹਿਸਾਸ ਹੁੰਦਾ ਮੈਨੂੰ ਆਹ ਗੱਲ ਕਹੀ ਸੀ, ਮੈਨੂੰ ਇਸ ਰੂਪ ਸਾਹਿਬ ਨੇ ਕਿਹਾ ਰਸਨਾ ਦਾ ਪ੍ਰਯੋਗ, ਰਸਨਾ ਦਾ ਇਸਤੇਮਾਲ, ਇਸ ਜ਼ਬਾਨ ਦਾ ਲਫ਼ਜ਼ਾਂ ਨੂੰ ਪ੍ਰਯੋਗ ਕਰਨਾ, ਇਹਨਾਂ ਨੂੰ ਕਿਸੇ ਵਾਸਤੇ ਕਹਿਣਾ ਬੋਲਣਾ, ਭਾਈ ਇਸ ਨੂੰ ਸਹੀ ਰੂਪ ਵਿੱਚ ਕੋਮਲ ਬਾਣੀ ਸਭ ਕੋ ਸੰਤੋਖ ਹੈ। ਐਸੀ ਬਾਣੀ ਬੋਲਣੀ ਕਿਸੇ ਨੂੰ ਸੰਤੋਖ ਦੇਂ, ਕਿਸੇ ਨੂੰ ਮਤਲਬ ਸਨੇਹ ਦੇਂ, ਕਿਸੇ ਦਾ ਦਿਲ ਦੇ ਉੱਤੇ ਮਰਮ ਲਾਏ, ਨਾ ਕਿ ਜ਼ਖਮ ਕਰ ਦੇਵੇ। ਸੋ ਇਹ ਸਾਰਾ ਕੰਮ ਰਸਨਾ ਦਾ ਆ। ਰਸਨਾ ਉਹੀ ਸੁੱਚੀ ਹੈ, ਉਹੀ ਸੱਚੀ ਹੈ, ਉਹੀ ਭਲੀ ਹੈ ਜਿਹੜੀ ਇਸ ਕ੍ਰਾਈਟੀਰੀਆ ਨੂੰ ਫੋਲੋ ਕਰਦੀ ਹੈ। ਫਿਰ ਬੰਦਾ ਕਈ ਵਾਰੀ ਚਾਹੁੰਦਾ ਵੀ ਹੈ ਮੇਰੀ ਵੀ ਰਸਨਾ ਐਵੇਂ ਦੀ ਹੋਏ, ਬਾਬਾ ਜੀ ਮੈਂ ਇਸ ਰਸਨਾ ਨੂੰ ਕਿਵੇਂ ਧਾਰਨ ਕਰ ਸਕਦਾ। ਹਾਲਾਂਕਿ ਰਸਨਾ ਦੀ ਗੱਲ ਕੀਤੀ ਜਾ ਰਹੀ, ਗੱਲ ਤੇ ਹਿਊਮਨ ਬਿਹੇਵੀਅਰ ਦੀ ਹੈ, ਹਿਊਮਨ ਇੱਕ ਨੇਚਰ ਦੀ ਹੈ। ਜਦੋਂ ਇਸ ਲੈਵਲ ਤੇ ਅਸੀਂ ਬਾਤ ਕਰੀਏ ਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ, ਜੋ ਪਾਈ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੈ। ਇਹ ਸਾਡਾ ਜਿਹੜਾ ਚਿਹਰਾ ਤੇ ਸਾਡਾ ਸਰੀਰ ਹੈ ਨਾ, ਉੱਪਰ ਉਹ ਜਿਹੜਾ ਉੱਪਰਲਾ ਹਿੱਸਾ ਸਾਡਾ ਸਾਰੇ ਦਾ ਸਾਰਾ ਇਹ ਭਾਂਡਾ ਹੀ ਇੱਕ, ਤੇ ਇਸ ਭਾਂਡੇ ਦੇ ਜਿਹੜੀ ਸਟੋਰੇਜ ਸਪੇਸ ਆ ਉਹ ਇਹਦੇ ਵਿੱਚ ਆ। ਜਿਹੜਾ ਸਾਡਾ ਸਿਰ ਆ, ਦਿਮਾਗ ਹੈ, ਮੈਮਰੀ ਹੈ, ਬ੍ਰੇਨ ਹੈ, ਤੁਸੀਂ ਇਹਨੂੰ ਕਹਿ ਲਓ। ਜੋ ਪਾਈਆ ਭਾਂਡੇ ਵਿੱਚ ਵਸਤ, ਜੋ ਕੰਨਾਂ ਨਾਲ ਸੁਣ ਸੁਣ ਕੇ ਪਾ ਰਹੇ ਹੋ, ਜੋ ਅੱਖਾਂ ਨਾਲ ਪੜ੍ਹ ਪੜ੍ਹ ਕੇ ਪਾ ਰਹੇ ਹੋ, ਜੋ ਕੰਨਾਂ ਤੇ ਅੱਖਾਂ ਦਾ ਪ੍ਰਯੋਗ ਕਰਕੇ ਓਬਜ਼ਰਵ ਕਰ ਕਰਕੇ ਪਾ ਰਹੇ ਹੋ, ਅਲਟੀਮੇਟਲੀ ਜ਼ਬਾਨ ਉਹਨੂੰ ਹੀ ਬਿਆਨ ਕਰੇਗੀ। ਇਸ ਲਈ ਬੰਦੇ ਜੇ ਰਸਨਾ ਨੂੰ ਸੁੱਚੀ ਕਰਨਾ ਆ ਤੇ ਫਿਰ ਜਪ ਬਦਲ, ਸਿਮਰਨ ਬਦਲ, ਆਪਣਾ ਸਰੋਤ ਬਦਲ, ਆਪਣਾ ਸੰਗਤ ਬਦਲ, ਆਲਾ ਦੁਆਲਾ ਬਦਲ, ਤਾਂ ਕਿ ਤੇਰੇ ਵਿਚਾਰਾਂ, ਲਫ਼ਜ਼ਾਂ, ਹਰਫਾਂ ਦੇ ਵਿੱਚ ਚੰਗਿਆਈ ਆ ਸਕੇ, ਸ਼ੁਭਤਾ ਆ ਸਕੇ, ਮਨੁੱਖਤਾ ਆ ਸਕੇ, ਪ੍ਰੇਮ ਆ ਸਕੇ, ਸਨੇਹ ਆ ਸਕੇ। ਤੇ ਫਿਰ ਇਸ ਸਾਰੇ ਦਾ ਪ੍ਰਸਾਦ ਵੀ ਅਸੀਂ ਛਕਦੇ ਹਾਂ। ਇਹ ਮੋਸਟਲੀ ਸਾਡੀ ਜ਼ਬਾਨ ਦਾ ਹੀ ਪ੍ਰਸਾਦ ਸਾਡੀ ਝੋਲੀ ਵਿੱਚ ਪੈਂਦਾ, ਇਹ ਵੀ ਚੇਤੇ ਰੱਖੀਏ। ਜੇ ਇਸ ਨੂੰ ਫਿਲੋਸਫਿਕਲੀ ਗੱਲ ਮੈਨੂੰ ਪਤਾ ਭਾਰੀ ਹੋ ਜਾਂਦੀ, ਜੇ ਬ੍ਰਿਤਾਂਤ ਰੂਪ ਵਿੱਚ ਕਹਿਣਾ ਹੋਏ ਤੇ ਇੱਕ ਬੜਾ ਕਮਾਲ ਦਾ ਬ੍ਰਿਤਾਂਤ ਹੈ ਭਾਰਤੀ ਪੰਜਾਬੀ ਫੋਕਲੋਰ ਦੇ ਵਿੱਚ। ਆਪ ਨੇ ਵੀ ਕਿਤੇ ਸ਼ਾਇਦ ਪੜ੍ਹਿਆ ਹੋਇਆ, ਬੰਜਾਰਾ ਬੇਦੀ ਨੇ 1-2 ਜਗ੍ਹਾ ਤੇ ਉਹਦਾ ਬੜਾ ਸੋਹਣਾ ਜ਼ਿਕਰ ਕੀਤਾ। ਉਹ ਜ਼ਿਕਰ ਕੁਝ ਇਸ ਤਰ੍ਹਾਂ ਆ ਕਿ ਇੱਕ ਰਾਹ ਚੱਲਦਾ ਰਮਤਾ ਫਕੀਰ ਉਹ ਕਿਸੇ ਮਾਈ ਦੇ ਘਰ ਚਲਾ ਗਿਆ ਤੇ ਮਾਈ ਨੇ ਤੰਦੂਰ ਧਾਇਆ ਸੀਗਾ। ਹੁਣ ਤੇ ਬਦਲਦੇ ਸਮੇਂ ਚੀਜ਼ਾਂ ਬਹੁਤ ਸਾਰੀਆਂ ਬਦਲ ਗਈਆਂ, ਬਹੁਤ ਕੁਝ ਲੋਕਾਂ ਕੋਲ ਵੱਧ ਰਿਸੋਰਸਿਸ ਆ ਗਏ, ਸਭ ਚੀਜ਼ਾਂ ਹੋ ਗਈਆਂ। ਅਦਰਵਾਈਜ਼ ਇਹ ਹੁੰਦਾ ਸੀਗਾ ਕਿ ਲੋਕਾਂ ਦੇ ਕੋਲ ਚੁੱਲ੍ਹਾ ਬਾਲਣ ਵਾਸਤੇ ਇਨਫ ਬਾਲਣ ਵੀ ਨਹੀਂ ਸੀ ਹੁੰਦਾ। ਕਈ ਵਾਰੀ ਬਕਾਇਦਾ ਤੌਰ 'ਤੇ ਚੁੱਲ੍ਹਾ ਜਿੱਥੇ ਬਣਾਉਣਾ, ਉਹ ਜਗ੍ਹਾ, ਘਰ, ਮਕਾਨ, ਉਹ ਵੀ ਹਰ ਇੱਕ ਕੋਲ ਉਸ ਲੈਵਲ ਦਾ ਨਹੀਂ ਸੀ ਹੁੰਦਾ। ਖੈਰ ਉਹ ਤੰਦੂਰ ਬਾਲਿਆ ਉਸਨੇ ਤੇ ਤੰਦੂਰ 'ਚੋਂ ਆਪਣੇ ਪ੍ਰਸ਼ਾਦੇ ਵਗੈਰਾ ਲਾ ਰਹੀ ਹੈ। ਉਦਾਰ ਪਰਿਵਾਰ ਸਾਰਾ ਆਲੇ ਦੁਆਲੇ ਤੁਰਿਆ ਫਿਰਦਾ ਤੇ ਉਸਨੇ ਜਾ ਕੇ ਉਸ ਮਾਈ ਨੂੰ ਜਿਹੜਾ ਹੈਗਾ ਨਮਸਕਾਰ ਕੀਤੀ, ਸਤਿਕਾਰ ਦਿੱਤਾ। ਮਾਈ ਨੇ ਕਿਹਾ ਠੀਕ ਹੈ ਭਾਈ, ਜੀ ਆਇਆਂ ਨੂੰ, ਬਹਿ ਜਾ। ਕਹਿਣ ਲੱਗਾ ਕਿ ਮਾਈ ਮੈਂ ਤੁਹਾਡਾ ਤੰਦੂਰ ਬਲ ਰਿਹਾ ਤੇ ਤੰਦੂਰ ਦੇ ਉੱਤੇ ਤੁਹਾਡੇ ਪ੍ਰਸ਼ਾਦੇ ਨੂੰਹਾਂ ਵਗੈਰਾ ਲਾ ਰਹੀਆਂ ਮਾਈ ਦੀਆਂ, ਉਹ ਲਾ ਲਏ ਨੇ ਆਲਮੋਸਟ, ਤੇ ਮੈਂ ਤੁਹਾਡੇ ਤੰਦੂਰ ਦੀ ਅੱਗ ਦਾ ਇਸਤੇਮਾਲ ਕਰ ਸਕਦਾ? ਉਹ ਕਹਿੰਦੀ ਜੋ ਸਦਕੇ ਕੋਈ ਗੱਲ ਨਹੀਂ, ਕਰ ਲਓ। ਖੈਰ ਕਹਿੰਦਾ ਵੀ ਮਾਈ ਗੱਲ ਇਹ ਹੈ ਵੀ ਤੰਦੂਰ ਇਕੱਲੇ ਦਿਨ ਇਸਤੇਮਾਲ ਨਾਲ ਗੱਲ ਨਹੀਂ ਬਣਨੀ, ਮੇਰੇ ਕੋਲ ਕੁਝ ਦਾਲ ਹੈ, ਕੁਝ ਚੌਲ ਨੇ ਤੇ ਮੈਂ ਖਿਚੜੀ ਬਣਾਉਣੀ ਹੈ, ਪਰ ਮੈਂ ਪੱਲੇ 'ਚ ਬੰਨਿਆ ਹੈ ਸਮਾਨ ਸਾਰਾ, ਪਰ ਮੇਰੇ ਕੋਲ ਭਾਂਡਾ ਕੋਈ ਨਹੀਂ ਗਾ। ਮਾਈ ਕਹਿੰਦੀ ਕੋਈ ਗੱਲ ਨਹੀਂ। ਉਹਨੇ ਨੂੰਹ ਨੂੰ ਆਵਾਜ਼ ਦਿੱਤੀ, ਉਹਨੇ ਭਾਂਡਾ ਦੇਤਾ, ਉਹ ਪਤੀਲੇ 'ਚ ਉਹਨੇ ਉਹਨਾਂ ਦੇ
ਖੂਹ ਤੋਂ ਪਾਣੀ ਪਾਇਆ ਤੇ ਉਹਦੇ ਵਿੱਚ ਚੌਲ ਪਾਏ, ਦਾਲ ਪਾਈ ਤੇ ਤੰਦੂਰ ਦੀ ਅੱਗ ਤੇ ਰਿੱਝਣ ਲਈ ਰੱਖ ਦਿੱਤੇ। ਜਿੰਨੀ ਦੇਰ ਤੱਕ ਉਹ ਰਿੱਝ ਰਹੇ ਨੇ ਤੇ ਉਹ ਮਾਈ ਨਾਲ ਗੱਲਾਂ ਪੈ ਗਿਆ। ਗੱਲਾਂ 'ਚ ਕਰਦਿਆਂ ਹੋਇਆ ਕਹਿਣ ਲੱਗਾ ਵੀ ਮਾਈ ਤੇਰਾ ਖਾਵੰਦ ਜਿਉਂਦਾ ਆ? ਉਹ ਕਹਿੰਦੀ ਹਾਂ ਸੁੱਖ ਨਾਲ ਠੀਕ ਠਾਕ ਹੈ, ਮਿਹਰ ਹੈ ਰੱਬ ਦੀ। ਕਹਿੰਦਾ ਠੀਕ ਹੈ। ਮਾਈ ਪੁੱਤਰ ਕਿੰਨੇ ਤੇਰੇ? ਉਹ ਕਹਿੰਦੀ ਹੈ ਵੀ 4 ਪੁੱਤ ਨੇ ਮੇਰੇ। ਕਹਿੰਦਾ ਠੀਕ ਹੈ। ਸਾਰੇ ਜਿਉਂਦੇ ਨੇ? ਕਹਿੰਦੀ ਹਾਂ ਪੁੱਤ ਠੀਕ ਠਾਕ ਨੇ, ਵਧੀਆ ਨੇ, ਵਾਹਿਗੁਰੂ ਦੀ ਕਿਰਪਾ ਨਾਲ ਸਭ ਵਧੀਆ ਉਸ ਰੂਪ ਵਿੱਚ। ਕਹਿੰਦਾ ਠੀਕ ਹੈ। ਥੋੜ੍ਹੀ ਦੇਰ ਹੋਰ ਬੈਠਾ ਰਿਹਾ ਤੇ ਬੈਠਿਆਂ ਮਾਈ ਦੀ ਮੱਝ ਵੇਖੀ ਤੇ ਮੱਝ ਬਹੁਤ ਮਤਲਬ ਚੰਗੀ ਵਧੀਆ। ਆਪਨੇ ਸੁਣਿਆ ਹੋਣਾ ਦੰਤ ਕਥਾ ਸਸਲਾਉਣੇ। ਤੇ ਕਹਿੰਦਾ ਮਾਈ ਮੈਂ ਸੋਚ ਰਿਹਾ ਸੀਗਾ ਵੀ ਜੇ ਤੇਰੀ ਮੱਝ ਮਰ ਜੇ ਤੇ ਤੇਰੇ ਘਰ ਦਾ ਦਰਵਾਜ਼ਾ ਤੇ ਬੜਾ ਸੌੜਾ ਹੈ, ਬਾਹਰ ਤੇ ਨਿਕਲ ਸਕੀ, ਬੜਾ ਔਖਾ ਹੋਏਗਾ ਇੱਥੇ ਤੇ। ਉਹ ਕਹਿੰਦੀ ਪੁੱਤ ਮੈਨੂੰ ਵੀ ਬੜੇ ਕੰਮ ਨੇ, ਤੈਨੂੰ ਵੀ ਹੋਣੇ ਨੇ ਕੰਮ। ਦੇਖ ਤੂੰ ਤੇਰੇ ਜਿਹੜਾ ਹੈਗਾ ਪਤੀਲੇ 'ਚ ਸਮਾਨ ਰਿੱਝਿਆ ਕਿ ਨਹੀਂ ਰਿੱਝਿਆ। ਤੇ ਉਹ ਮਾਈ ਆਪ ਉੱਠੀ, ਉਹਨੇ ਪਤੀਲਾ ਚੱਕਿਆ ਤੇ ਚੱਕ ਕੇ ਕਹਿੰਦੀ ਲਿਆ ਪੱਲਾ ਕਰ ਉਰਾ। ਜਿਸ ਪੱਲੇ ਚੌਲ ਪਾਏ ਸਨ ਉਹਨੇ ਫਟਾਫਟ ਪੱਲਾ ਕੀਤਾ ਤੇ ਉਹ ਅੱਧਾ ਰਿੱਝਿਆ ਸਮਾਨ, ਖਿਚੜੀ ਵਗੈਰਾ ਉਹਨੇ ਉਹਦੇ ਪੱਲੇ 'ਚ ਪਾ ਦਿੱਤੀ। ਹੁਣ ਪੱਲੇ 'ਚ ਪਾ ਦਿੱਤੀ ਤੇ ਉਹ ਪੱਲੇ ਦੇ ਵਿੱਚੋਂ ਗਰਮ ਪਾਣੀ ਉਬਲਦਾ ਹੋਇਆ ਪਾਣੀ ਉਹਦੇ ਪੈਰਾਂ 'ਤੇ ਡਿੱਗੇ ਤੇ ਉਹ ਟੱਪੇ। ਤੇ ਜਦੋਂ ਟੱਪੇ ਤੇ ਮਾਈ ਕਹਿੰਦੀ ਕਿਉਂ ਨੱਚ ਰਿਹਾ? ਅੱਜ ਥੋੜ੍ਹੀ ਜਿਹੀ ਹੋਰ ਦਾਲ ਰਹਿ ਗਈ ਵਿੱਚ ਪਾ ਦਿਆਂ ਮੈਂ। ਉਹਨੂੰ ਪਲਟ ਰਹੀ ਹੈ ਤੇ ਉਹ ਕਹਿੰਦਾ ਮਾਈ ਪੈਰ ਸੜ ਰਹੇ ਨੇ ਵੀ ਪਾਣੀ ਗਰਮ ਪੈ ਰਿਹਾ। ਉਹ ਕਹਿੰਦੀ ਚੰਗਾ ਹੀ ਹੈ, ਜਿਹੜਾ ਕਿਸੇ ਦਾ ਦਿਲ ਸਾੜੇ ਘੱਟ ਤੋਂ ਘੱਟ ਉਹਦੇ ਪੈਰ ਤੇ ਸੜਨੇ ਚਾਹੀਦੇ ਨੇ। ਆਖਰਕਾਰ ਤੇਰੀ ਇਹ ਜ਼ਬਾਨ ਦਾ ਰਸ ਆ, ਇਹ ਰਸ ਜਿਹੜਾ ਆ ਇਹ ਤੇਰੇ ਪੱਲੇ 'ਚੋਂ ਚੋ ਰਿਹਾ। ਜੀਵਨ ਦੇ ਵਿੱਚ ਮੋਸਟਲੀ ਇਹੋ ਚੀਜ਼ਾਂ ਹੁੰਦੀਆਂ। ਅਸੀਂ ਆਲੇ ਦੁਆਲੇ ਨੂੰ ਤੇ ਦੋਸ਼ ਬਹੁਤ ਦਿੰਦੇ ਹਾਂ, ਪਰ ਸੱਚ ਇਹ ਹੈ ਆਪਣੇ ਵੀ ਲਫ਼ਜ਼ਾਂ ਨੂੰ ਦੇਖੀਏ, ਹਰਫਾਂ ਨੂੰ ਦੇਖੀਏ, ਅਲਫਾਜ਼ਾਂ ਨੂੰ ਦੇਖੀਏ, ਵਾਕਾਂ ਨੂੰ ਦੇਖੀਏ। ਬਾਣੀ ਕਹਿ ਰਹੀ ਹੈ ਇਹ ਚੀਜ਼ ਬੜੀ ਸੁਧਰੀ ਹੋਈ ਤੇ ਬੜੀ ਸੁੱਚੀ ਹੋਣੀ ਚਾਹੀਦੀ ਹੈ। ਪਰ ਜਿਹੜੀ ਮੈਂ ਬੁਨਿਆਦੀ ਬੇਨਤੀ ਕੀਤੀ, ਕਰਾਂਗੇ ਕਿਵੇਂ? ਮਹਾਰਾਜ ਨੇ ਇਹਦੇ 'ਚ ਬਚਨ ਲਿਖਿਆ, ਸ਼ਬਦ ਹੈ ਨਾਮ ਕਹਿਤ ਗੋਬਿੰਦ ਕਾ। ਜਦੋਂ ਗੋਬਿੰਦ ਦਾ ਨਾਮ ਇਹ ਜੀਭ ਕਹੇਗੀ, ਮੈਂ ਸਪੋਜ਼ ਕਰੋ ਰੱਬ ਕਰਦਾ ਆ, ਵਾਹਿਗੁਰੂ ਕਰਦਾ ਆ, ਸਤਨਾਮ ਕਰਦਾ ਆ, ਬਾਣੀ ਪੜ੍ਹਦਾ, ਬਾਣੀ ਅਲਾਪਦਾ ਤੇ ਅਲਟੀਮੇਟਲੀ ਬਾਣੀ ਪੜ੍ਹਦਿਆਂ ਮੈਨੂੰ ਕਿਸੇ ਦਿਨ ਇਹ ਬਚਨ ਸਮਝ ਆਵੇ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ ਹੈ। ਮੈਨੂੰ ਕਿਸੇ ਦਿਨ ਇਹ ਬਚਨ ਪੜ੍ਹਨ ਨੂੰ ਮਿਲਣ ਤੇ ਫਿਰ ਮੇਰੇ ਜ਼ਿਹਨ 'ਚ ਆਵੇ ਹੱਦ ਹੋ ਗਈ, ਜਿਹਦਾ ਨਾਮ ਲੈ ਰਹੇ ਆ ਬਾਣੀ ਕਹਿ ਰਹੀ ਉਹ ਕੌੜਾ ਨਹੀਂ ਬੋਲਦਾ, ਮੈਨੂੰ ਮਿੱਠਾ ਨਹੀਂ ਬੋਲਣਾ ਆਉਂਦਾ, ਕਿਵੇਂ ਸਾਂਝ ਬਣੇਗੀ? ਸਜਾਤ ਮੇਲ ਹੁੰਦਾ, ਬੇਜਾਤ ਤੇ ਮੇਲ ਹੀ ਨਹੀਂ ਹੁੰਦਾ। ਇਸ ਰੂਪ ਵਿੱਚ ਭਾਵ ਹੈ ਬੰਦਾ ਜੋ ਲਫ਼ਜ਼ ਪੜ੍ਹਦਾ, ਸੁਣਦਾ ਤੇ ਬੋਲਦਾ ਆ, ਉਹਨੂੰ ਕਿਤੇ ਨਾ ਕਿਤੇ ਉਹ ਅੰਦਰ ਅਸਰ ਪਾਉਂਦੇ ਤੇ ਉਹਦੇ ਬਦਲਣ ਦੀ ਪੋਸੀਬਿਲਿਟੀ ਵੱਧ ਜਾਂਦੀ। ਇਹ ਅੱਜ ਮਾਡਰਨ ਸਾਇੰਸ ਵਿੱਚ ਵੀ ਗੱਲ ਵਿਖਾਈ ਜਾ ਰਹੀ ਹੈ। ਜੋ ਹੋਣਾ ਚਾਹੁੰਦੇ ਹੋ, ਜੋ ਬਣਨਾ ਚਾਹੁੰਦੇ ਹੋ, ਜੋ ਜੀਵਨ ਸੁਧਾਰ ਕਰਨਾ ਚਾਹੁੰਦੇ ਹੋ, ਉਹੋ ਜਿਹੀਆਂ ਚੀਜ਼ਾਂ ਨੂੰ ਕੰਨਾਂ ਵਿੱਚ ਪਾਓ, ਲਗਾਤਾਰ ਸੁਣੋ, ਉਹੋ ਜਿਹੀਆਂ ਚੀਜ਼ਾਂ ਨੂੰ ਪੜ੍ਹੋ। ਹੋ ਸਕੇ ਤੇ ਆਪਣੇ ਮੂੰਹ ਨਾਲ, ਆਪਣੀ ਜ਼ਬਾਨ ਨਾਲ ਰਿਪੀਟ ਕਰੋ, ਰੈਪੀਟੀਸ਼ਨ ਕਰੋ। ਇਹੀ ਸਿਮਰਨ ਹੈ। ਗੁਰੂ ਬਾਬਾ ਜੀ ਬਿਆਨ ਕਰਦੇ, ਨਾਮ ਕਹਿਤ ਗੋविंद का सूची भई रसना, मन तन निर्मल हुई है गुर का जाप जपना। मन करके तन करके निर्मल मैल रहत इस रूप ਵਿੱਚ ਹੋ ਜਾਣਾ। ਗੁਰ ਕਾ ਜਾਪ ਜਪਣਾ, ਜਦੋਂ ਗੁਰੂ ਦਾ ਜਾਪ ਜਪਿਆ। ਹੁਣ ਗੁਰੂ ਦਾ ਜਾਪ ਆਪਾਂ ਮਹਾਰਾਜ ਨੇ ਦੇਖੋ ਚੀਜ਼ਾਂ ਕਿਵੇਂ ਸਜਾਈਆਂ ਗ੍ਰੰਥ ਸਾਹਿਬ ਦੇ ਵਿੱਚ। ਲਿਟਰਲੀ ਤੌਰ ਤੇ ਬਾਣੀ ਦਾ ਨਾਮ ਹੀ ਜਪ ਰੱਖਿਆ, ਜਪ। ਹੁਣ ਜਪ ਦਾ ਮਤਲਬ ਆਰਾਧਨ ਆ, ਸਿਮਰਨ ਆ। ਮੈਂ ਜਪ ਪੜ੍ਹਦਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆ ਜਪ ਭਰੋਸਾ ਰੱਖ ਉਹਦੇ ਤੇ ਜਿਹੜਾ ਸਦੀਵ ਖਾਲੀ ਕਾਇਮ ਦਾਇਮ ਹੈ। ਫਿਰ ਥੋੜਾ ਅੱਗੇ ਵੱਧ ਜਾਈਏ, ਮਹਾਰਾਜ ਕਹਿੰਦੇ ਧਰਮ ਕਰਮ ਤੇ ਠੀਕ ਹੈ ਕਰੀ ਜਾ, ਕੋਈ ਫਰਕ ਨਹੀਂ ਪੈਣਾ ਇਹਨਾਂ ਨਾਲ। ਸੋਚਿਆ ਸੋਚ ਨਾ ਹੋ ਬਈ, ਚੁੱਪਾ ਚੁੱਪ ਨਾ ਹੋ ਬਈ, ਭੁੱਖਿਆਂ ਭੁੱਖ ਨਾ ਉਤਰੀ, ਸਹਿ ਸਿਆਣਪਾਂ ਲੱਖੋਂ, ਇਹ ਕਰੀ ਜਾ, ਕੁਛ ਨਹੀਂ ਫਰਕ ਪੈਣਾ। ਕਿਉਂਕਿ ਜਿੰਨੀ ਦੇਰ ਤੱਕ ਤੂੰ ਉਹ ਇਹ ਨਹੀਂ ਸਮਝਦਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ, ਕੂੜ ਜਿਹੜੀ ਕੂੜ ਦੀ ਕੰਧ ਬਣੀ ਉਹ ਕਿਵੇਂ ਤੋੜੇਗਾ? ਤੇ ਕੂੜ ਦੀ ਕੰਧ ਇਹਦੇ ਕਈ ਪਰਿਪੇਖ ਨੇ ਜਦੋਂ ਤੁਸੀਂ ਟਰਾਂਸਲੇਸ਼ਨ ਵਿੱਚ ਜਾਂਦੇ ਆ। ਪਹਿਲੀ ਗੱਲ ਤੇ ਇਹ ਹੈ ਕਿ ਕੂੜ ਨਾ ਹੈ ਝੂਠ ਦਾ, ਫਰੇਬ ਦਾ। ਕਿਹਨੂੰ ਭੁਲੇਖਾ ਦੇ ਰਿਹਾ, ਕਿਹਨੂੰ ਫਰੇਬ ਕਰਕੇ ਵਿਖਾ ਰਿਹਾ।
ਅੱਜ ਦੀ ਦੁਨੀਆ 'ਤੇ ਗੱਲ ਕਹੀ ਜਾ ਰਹੀ ਹੈ ਕਿ ਬੰਦਾ ਉਹਦੇ ਜਿਵੇਂ ਮੈਂ ਹੁਣ ਜਿੰਨਾ ਪਿਛਲੇ ਸਮੇਂ 'ਚ ਕੋਈ 35 ਮਿੰਟ ਬੋਲਿਆ ਲਗਾਤਾਰ, ਇੱਕ ਜਿਹੜਾ ਸਾਈਕੋਲੋਜਿਸਟ ਆ ਹਿਊਮਨ ਸਾਈਕੀ ਨੂੰ ਅੰਡਰਸਟੈਂਡ ਕਰਨ ਵਾਲਾ ਐਕਸਪਰਟ, ਮੇਰੇ ਲਫ਼ਜ਼ਾਂ ਹਰਫਾਂ ਅੱਖਰਾਂ ਦੀ ਚੋਣ ਜਿਹੜੀ ਮੈਂ ਇੱਥੇ ਬੋਲੀ ਹੈ ਸਾਰੇ ਦੀ ਸਾਰੀ, ਮੇਰੇ ਵਾਕਾਂ ਦੀ ਬਣਤਰ, ਮੇਰੇ ਜ਼ਬਾਨ ਦੇ ਕਹਿਣ ਦੇ ਢੰਗ ਤਰੀਕੇ ਟੋਨ ਆਦਿ ਦੇ ਵਿੱਚੋਂ ਇਹ ਸਾਰੇ 'ਚੋਂ ਇਹ ਲੱਭ ਲਏਗਾ ਮੇਰੀ ਮਾਨਸਿਕ ਦਸ਼ਾ ਕੀ ਹੈ, ਮੈਂ ਮਨ ਕਰਕੇ ਕਿੱਥੇ ਖੜਾ ਹਾਂ, ਮੈਂ ਕਿਸੇ ਨੂੰ ਚੀਟ ਕਰਨਾ ਚਾਹੁੰਦਾ, ਫਰੇਬ ਕਰ ਰਿਹਾ, ਧੋਖਾ ਕਰਨਾ ਚਾਹੁੰਦਾ, ਜਾਂ ਵਾਕਿਆ 'ਚ ਹੀ ਅੰਤਰਾਤਮੇ ਤੋਂ ਕੋਈ ਚੀਜ਼ ਆ ਰਹੀ ਹੈ। ਇਹ ਬਹੁਤਾ ਔਖਾ ਨਹੀਂ ਰਹਿ ਗਿਆ ਤੇ ਅੱਜ ਸਮਾਜਾਂ 'ਚ ਆਮ ਕਰਕੇ ਸਾਨੂੰ ਵੀ ਅਹਿਸਾਸ ਹੋ ਜਾਂਦਾ। ਹਾਂ ਅਸੀਂ ਕਹੀਏ ਨਾ ਕਹੀਏ, ਬਾਬਾ ਜੀ ਬਿਆਨ ਕਰਦੇ ਕੂੜ ਦੀ ਕੰਧ ਤੋੜ, ਧੋਖਾ ਕਿਹਨੂੰ ਦੇ ਰਹੇ, ਫਰੇਬ ਕਿਹਦੇ ਨਾਲ ਕਰ ਰਹੇ, ਆਪਣੇ ਆਪ ਨਾਲ, ਆਲੇ ਦੁਆਲੇ ਨਾਲ ਨਾ। ਫਿਰ ਇਹ ਵੀ ਹੈ ਸਾਡੇ ਮਨ ਦੀ ਦੁਨੀਆ ਦੇ ਵਿੱਚ ਜੋ ਕੁਝ ਆਲੇ ਦੁਆਲੇ ਹੁੰਦਾ ਚੱਲਦਾ ਅਸੀਂ ਮੋਸਟਲੀ ਪਸੰਦ ਨਹੀਂ ਕਰਦੇ, ਅਸੀਂ ਬਦਲਣਾ ਚਾਹੁੰਦੇ ਹਾਂ ਤੇ ਉਸ ਬਦਲਾਅ ਦੇ ਵਿੱਚ ਅਸੀਂ ਆਪਣੀ ਚਲਾਕੀ ਨੂੰ ਲਿਆ ਕੇ ਤੇ ਮਤਲਬ ਅਲਫਾਜ਼ਾਂ ਦੇ ਜ਼ਰੀਏ, ਆਪਣੀਆਂ ਗੱਲਾਂ ਬਾਤਾਂ ਦੇ ਜ਼ਰੀਏ ਇਸ ਤਰੀਕੇ ਦੀ ਦੁਨੀਆ ਨਾਲ ਪਲੇ ਕਰਨਾ ਚਾਹੁੰਦੇ ਹਾਂ ਕਿ ਜੋ ਮੇਰਾ ਸਵਾਰਥ ਆ ਉਹ ਸਿੱਧ ਹੋ ਜੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ। ਮੈਂ ਸਵਾਰਥ ਸਿੱਧ ਕਰ ਰਿਹਾ ਆਪਣਾ, ਪਰ ਮੈਂ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇ ਰਿਹਾ। ਬਾਬਾ ਜੀ ਕਹਿੰਦੇ ਨਾ, ਹੁਕਮ ਰਜ਼ਾ ਹੀ ਚੱਲਣਾ, ਰਜ਼ਾ ਨੂੰ ਫੋਲੋ ਕਰ। ਬਹੁਤੀ ਚਲਾਕੀ ਜਿਹੜੀ ਹੈ ਨਾ, ਬਾਬਾ ਜੀ ਕਹਿੰਦੇ ਰੇ ਜਨ ਚਤੁਰਾਈ ਨਾ ਚਤੁਰਭੁਜ ਪਾਈ ਹੈ। ਭਾਰਤੀ ਖਿੱਤੇ 'ਚ ਰੱਬ ਦੀਆਂ ਬਣਾਈਆਂ ਤਸਵੀਰਾਂ ਜਾਂ ਮੂਰਤੀਆਂ, ਤੇ ਮੂਰਤੀਆਂ ਦਾ ਕੀ ਕੀਤਾ, ਬੰਦੇ ਨੂੰ 2 ਬਾਹਾਂ ਨੇ, ਮੂਰਤੀ ਨੂੰ ਲਾਤੀਆਂ 4। ਆਪਨੇ ਜ਼ਰੂਰ ਦੇਖੀਆਂ ਹੋਣਗੀਆਂ 4-4 5-5 ਬਾਹਾਂ ਲਾ ਕੇ ਇਸ ਤਰੀਕੇ ਦੇ ਨਾਲ। ਦੇਖੋ ਆਮ ਲੋਕਾਂ ਨੂੰ ਭਾਸ਼ਾ ਜਾਂ ਬਹੁਤ ਜ਼ਿਆਦਾ ਲਿਟਰੇਚਰ ਪੜ੍ਹਨ ਦਾ ਨਾ ਤੇ ਹੱਕ ਹੀ ਸੀਗਾ ਤੇ ਨਾ ਹੁੰਦਾ ਹੀ ਸੀਗਾ। ਲਿਟਰੇਚਰ ਗਿਆਨ ਵਗੈਰਾ ਉਸ ਲੈਵਲ ਦਾ ਹੈ ਨਹੀਂ ਸੀਗਾ। ਹਾਲਾਂਕਿ ਇਹ ਵੀ ਨਹੀਂ ਮੰਨਿਆ ਜਾ ਸਕਦਾ ਕਿ ਜਿਹੜੇ ਲੋਕ ਸਮਾਜ ਵਿੱਚ ਵਿਚਰਦੇ, ਪਰਿਵਾਰ ਪਾਲਦੇ, ਸਮਾਜ ਵਿੱਚ ਰਹਿੰਦੇ, ਉਹ ਲੋਕ ਸਾਰੇ ਅਮੂੜ ਤੇ ਮੂਰਖ ਨੇ। ਜ਼ਿੰਦਗੀ ਜਿਉਣਾ ਵੀ ਆਪਣੇ ਆਪ ਦੇ 'ਚ ਇੱਕ ਬੜਾ ਵੱਡਾ ਐਕਸਪੀਰੀਅੰਸ ਜਿਹੜਾ ਗੇਨ ਕਰਨਾ, ਇਹ ਤਾਲੀਮ ਹੈ ਸਭ ਤੋਂ ਵੱਡੀ। ਆਪਾਂ ਦੇਖੀਏ ਨਾ, ਸਾਡੀਆਂ ਲਿਖਾਵਟਾਂ ਨਹੀਂ ਬਹੁਤੀਆਂ ਲਿਖੀਆਂ ਗਈਆਂ, ਪਰ ਉਹਨਾਂ ਲਿਖਾਵਟਾਂ ਨਾ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਪੰਜਾਬੀ ਜਾਂ ਏਸ਼ੀਅਨ, ਸਾਊਥ ਏਸ਼ੀਅਨ ਦੀ ਜਿਹੜੀ ਕਿਚਨ ਆ, ਅਰਾਊਂਡ 80% ਬਿਮਾਰੀਆਂ ਦਾ ਇਲਾਜ ਹੈ ਸਾਡੀ ਕਿਚਨ। ਟ੍ਰੈਡੀਸ਼ਨਲ ਵੇ ਨਾਲ ਜਿਹੜੀਆਂ ਚੀਜ਼ਾਂ ਉੱਥੇ ਬਣਦੀਆਂ ਸਭ, ਉਹ ਸਾਰੇ ਜਿਹਨੂੰ ਓੜ ਪੋੜ ਕਹਿ ਦਿੰਦੇ ਸੀ ਸਾਰਾ, ਉਹ ਸਾਰੀ ਇੱਕ ਵਿੱਦਿਆ ਸੀ ਪੂਰੀ ਦੀ ਪੂਰੀ। ਹਾਂ ਵੱਖਰੀ ਗੱਲ ਹੈ ਕਿ ਉਸ ਵਿੱਦਿਆ ਨੂੰ ਕਿਸੇ ਨੇ ਉਸ ਲੈਵਲ 'ਤੇ ਇਹਤਰਾਮ ਨਹੀਂ ਕੀਤਾ। ਵੈਸਟਰਨ ਵਰਲਡ ਨੇ ਕੀ ਕੀਤਾ, ਉਹਨੂੰ ਲਿਖ ਲਿਆ, ਉਹਨੂੰ ਪੜ੍ਹਾ ਲਿਆ, ਉਹਨੂੰ ਕਿਤਾਬਾਂ 'ਚੋਂ ਕੇਰ ਲਿਆ, ਉਹ ਗਿਆਨ ਬਣ ਗਿਆ। ਅਦਰਵਾਈਜ਼ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਆਲਰੇਡੀ ਮੌਜੂਦ ਸੀਗੀਆਂ, ਪਰ ਖੈਰ ਲੋਕਾਂ ਦੇ ਵਿੱਚ ਫਿਰ ਵੀ ਉਹਨਾਂ ਨੂੰ ਕੁਝ ਜੋ ਧਾਰਮਿਕ ਤੌਰ 'ਤੇ ਸਮਝਾਉਣ ਲਈ ਮੂਰਤੀਆਂ ਬਣਾ ਦਿੱਤੀਆਂ ਗਈਆਂ, ਇਹੋ ਜਿਹੀਆਂ ਚੀਜ਼ਾਂ ਬਣਾਈਆਂ। ਤੇ ਉਹਦੇ 'ਚ ਕੀ ਰੱਬ ਦੀ ਮੂਰਤੀ ਕਿਵੇਂ ਦੀ ਬਣਾਤੀ, ਉਹਨੂੰ 4 ਬਾਹਾਂ ਲਾਤੀਆਂ, ਇਹ ਦੱਸਣ ਵਾਸਤੇ ਕਿ ਜਿੰਨੀ ਤੇਰੀ ਸ਼ਕਤੀ ਹੈ ਉਸ ਤੋਂ ਕਿਤੇ ਵੱਧ ਸ਼ਕਤੀ ਇਹਦੇ ਵਿੱਚ ਹੈ। ਤੂੰ 2 ਬਾਹਾਂ ਵਾਲਾ, ਉਹਦੇ ਕੋਲ ਸ਼ਕਤੀ ਵੱਧ ਹੈ, ਉਹ ਜ਼ਿਆਦਾ ਤਾਕਤ ਦਾ ਮਾਲਕ ਆ। ਜਿਹਦੇ ਕੋਲ ਇੰਨੀ ਸ਼ਕਤੀ ਹੈ, ਜਿਹਨੂੰ ਕਹਿੰਦੇ ਜਾਨੀ ਜਾਣ ਆ, ਉਹ ਸਭ ਕੁਝ ਜਾਣਦਾ ਆ। ਤੇ ਬਾਬਾ ਜੀ ਕਹਿੰਦੇ ਫਿਰ ਉਹਨੂੰ ਚਲਾਕੀ ਨਾਲ ਵਸ ਕਰਨਾ ਚਾਹੁੰਦਾ। ਕਿਤੇ ਬਚਨ ਇਹ ਸਿਖਾਇਆ ਗਿਆ ਸਾਨੂੰ ਕਿ ਮੱਥਾ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਤੂੰ ਖੜਾਵਾ ਹੀ ਸਮਝਿਆ, ਤੂੰ ਕੀ ਸਮਝਦਾ, ਉਹਨੂੰ ਪਤਾ ਹੀ ਕੁਛ ਨਹੀਂ ਹੈਗਾ ਨਾ। ਕੂੜ 'ਚ ਨਾ ਜਾ, ਸੱਚ 'ਚ ਰਹੋ। ਜੋ ਕੁਝ ਵੀ ਅਪਣਾਉਣਾ ਹੈ ਸਰਫਸ ਤੇ ਆ ਕੇ ਸਹੀ ਰੂਪ ਵਿੱਚ ਅਪਣਾ। ਤੇ ਇਹਦੇ ਲਈ ਬੰਦੇ ਨੂੰ ਬਹੁਤ ਸਾਰੀ ਕਰਜ ਚਾਹੀਦੀ ਹੈ, ਦਲੇਰੀ, ਆਪਣੇ ਆਪ ਨੂੰ ਸਹੀ ਰੂਪ ਵਿੱਚ ਸਮਝਣ ਵਾਸਤੇ, ਆਪਣੇ ਆਪ ਨੂੰ ਸਹੀ ਰੂਪ ਵਿੱਚ ਦੱਸਣ ਵਾਸਤੇ। ਇੱਕ ਅੰਤਮ ਬੇਨਤੀ ਕਰਕੇ ਵਾਈਂਡ ਅਪ ਕਰ ਦੇਣਾ। ਮੈਂ ਇੱਥੇ ਕੁਝ ਯੰਗ ਅਫੈਂਡਰਸ ਨਾਲ ਵੀ ਕੰਮ ਕੀਤਾ ਆ, ਕੁਝ ਕਿਉਂ ਕਾਫੀ ਕੀਤਾ, ਤੇ ਮੈਂ ਦੇਖਿਆ ਉਹਨਾਂ 'ਚ ਇੱਕ ਜਿਹੜੀ ਵੱਡੀ ਮੁਸ਼ਕਿਲ ਦੇਖੀ, ਮੋਸਟਲੀ ਉਹਨਾਂ 'ਚ ਇਸ਼ੂ ਇਹ ਰਿਹਾ ਕਿ ਦੇ ਆਰ ਨੋਟ ਏਬਲ ਟੂ ਪ੍ਰੈਜ਼ੈਂਟ ਦੇਅਰ ਕੇਸ ਪ੍ਰੋਪਰਲੀ। ਮੈਨੂੰ ਵੱਡਾ ਹਿੱਸਾ ਉਹਨਾਂ 'ਚ ਬਹੁਤ ਇਨੋਸੈਂਟ ਲੱਗਾ ਕਿ ਜਿਸ ਚੀਜ਼ ਵਾਸਤੇ ਇੱਥੇ ਵਿਚਾਰੇ ਭੁਗਤ ਰਹੇ ਨਾ ਸਮਾਂ, ਨਾ ਬਹੁਤ ਯੰਗ ਏਜ 'ਚ, ਕਿਉਂਕਿ ਉਹ
ਇਸ ਕੈਪੇਬਲ ਨਹੀਂ ਹੈਗੇ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਣ। ਤੇ ਉਹਦੇ ਲਈ ਉਹਨਾਂ ਨੂੰ ਉਸ ਕਿਸਮ ਦੇ ਆਪਣੀ ਪ੍ਰੈਜ਼ੈਂਟੇਸ਼ਨ ਦੇਣ ਵਾਸਤੇ ਲਫ਼ਜ਼ ਨਹੀਂ, ਅਲਫਾਜ਼ ਨਹੀਂ, ਮੋਸਟਲੀ ਸਪੀਚ ਇਸ਼ੂਜ਼ ਨੇ ਉਹਨਾਂ ਨੂੰ। ਤੇ ਇਹਦੇ ਹੋਰ ਜੇ ਪਿੱਛੇ ਚਲੇ ਜਾਈਏ ਤੇ ਕਈ ਜਗ੍ਹਾ ਤੇ ਡਰ ਹੈ, ਕਰੇਜ ਨਹੀਂ ਹੈਗੀ, ਉਤਨੀ ਦਲੇਰੀ ਨਹੀਂ ਹੈਗੀ ਕਿ ਮੈਂ ਕਿਸੇ ਚੀਜ਼ ਨੂੰ ਉਸ ਲੈਵਲ ਤੇ ਸਵੀਕਾਰ ਸਕਾਂ, ਦੱਸ ਸਕਾਂ, ਕਹਿ ਸਕਾਂ, ਉਹ ਸਭ ਚੀਜ਼ਾਂ ਹੋ ਸਕਣ। ਇਹ ਸਭ ਦਾ ਜਾਪ ਜਪਣਾ ਪਏਗਾ, ਲਗਾਤਾਰ ਆਪਣੇ ਆਪ ਨੂੰ ਆਰਾਧਨਾ ਪਏਗਾ, ਸਮਝਣਾ ਪਏਗਾ, ਸਮਝਾਉਣਾ ਪਏਗਾ। ਫਿਰ ਇਹ ਕਰਦਿਆਂ ਕਰਦਿਆਂ ਇੱਕ ਲੈਵਲ ਆਵੇਗਾ ਜਿੱਥੇ ਬੰਦਾ ਇਸ ਰਸਨਾ ਨੂੰ ਸੁੱਚੀ ਕਰ ਲਏਗਾ, ਉਸ ਲੈਵਲ ਤੇ ਲੈਗਾ ਜਿੱਥੇ ਜੋ ਚਾਹੇਗਾ ਉਹ ਬੋਲ ਸਕੇਗਾ, ਉਹ ਦੂਸਰੇ ਤੱਕ ਆਪਣੀ ਗੱਲ ਕਨਵੇ ਕਰ ਸਕੇਗਾ, ਸੱਚ ਕਨਵੇ ਕਰ ਸਕੇਗਾ, ਮਿਠਾਸ ਕਰ ਸਕੇਗਾ, ਸੁਚੱਜਤਾ ਕਰ ਸਕੇਗਾ, ਆਪਣੇ ਆਪੇ ਨੂੰ ਬੋਲ ਕੇ ਪ੍ਰੈਜ਼ੈਂਟ ਕਰ ਸਕੇਗਾ। ਇਹ ਪਰਸਨਲ ਬੈਟਰਮੈਂਟ ਤੇ ਅਪਲਿਫਟਿੰਗ ਦੀ ਗੱਲ ਹੈ ਸਾਰੇ ਸ਼ਬਦ ਵਿੱਚ। ਰਹਾਉ ਦਾ ਬੰਦ ਸੀਗਾ, ਰੈਸਟ ਆਫ ਸ਼ਬਦ ਜਿਹੜੀ ਇਹਦੀ ਫਰਦਰ ਐਕਸਪਲੇਨੇਸ਼ਨ ਕਰਦਾ ਆ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ ਕਰਦੇ ਆ। ਭੁੱਲਾਂ ਗਲਤੀਆਂ ਨਾ ਸਤਾਰਿਓ ਜੇ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।